जो सपनों की झिलमिल में है, हर जुबां पे जो हर दिल में है, अनजान भी दे जो जान गए, चर्चे भी तो हर महफिल में है। संविधान बनाने वाला भीम, अधिकार दिलाने वाला भीम, संविधान बनाने वाला भीम, अधिकार दिलाने वाला भीम, जो हो न सका सदियों पहले वो कर दिखलाने वाला भीम। जय भीम। प्रकाश पुरब मनाउण हित इकट्ठे हुए समूह ग्राम मैंबर साहबान, ग्राम के बसिंदे साहबान ਅਤੇ मेरे बहुत ही सत्कारयोग NGO नैशनल लेबर ऑर्गेनाइजेशन तो विशेष तौर पर पहुंचे श्री बलदेव भारती जी नूं सारिਆਂ ਨੂੰ मेरे वालों जय भीम जय भारत। सो ਅੱਜ ਦੇ ਇਸ ਸਮਾਗਮ ਦੇ ਆਗਾਜ਼ ਤੋਂ ਪਹਿਲਾਂ ਮੈਂ ਮੰਚ ਤੇ ਬੈਠੀਆਂ ਸ਼ਖਸੀਅਤਾਂ ਨੂੰ ਬੇਨਤੀ ਕਰਦਾ ਕਿ ਉਹ ਇੱਧਰ ਜੋ ਸਾਡੇ ਡਾਕਟਰ BR ਅੰਬੇਦਕਰ ਜੀ ਦੀ ਪ੍ਰਤਿਭਾ ਸਥਾਪਿਤ ਕੀਤੀ ਹੈ ਉਹਨਾਂ ਨੂੰ ਪੁਸ਼ਪ ਅਰਪਣ ਕਰਕੇ ਅੱਜ ਦੇ ਸਮਾਗਮ ਦੀ ਸ਼ੁਰੂਆਤ ਕਰਨੀ ਹੈ। ਸੋ ਮੈਂ ਮੰਚ ਤੇ ਬੈਠੇ ਸ਼ਖਸੀਅਤਾਂ ਨੂੰ ਬੇਨਤੀ ਕਰਦਾ ਕਿ ਉਹ ਮੇਰੇ ਖੱਬੇ ਹੱਥ ਆਉਣ ਤਾਂ ਜੋ ਆਪਾਂ ਡਾਕਟਰ ਭੀਮ ਰਾਓ ਰਾਮ ਜੀ ਅੰਬੇਦਕਰ ਜੀ ਨੂੰ ਪੁਸ਼ਪ ਅਰਪਣ ਕਰਦੇ ਹੋਏ ਅੱਜ ਦੇ ਸਮਾਗਮ ਦੀ ਸ਼ੁਰੂਆਤ ਕਰੀਏ। जो सपनों की झिलमिल में है, हर जुबां पे जो हर दिल में है, अनजान भी दे जो जान गए, चर्चे भी तो हर महफिल में है। संविधान बनाने वाला भीम, अधिकार दिलाने वाला भीम, संविधान बनाने वाला भीम, अधिकार दिलाने वाला भीम, जो हो न सका सदियों पहले वो कर दिखलाने वाला भीम। ना दिल में किसी के डर होगा, सम्मान से ऊंचा सर होगा। आओ पढ़ो जुड़ो संघर्ष करो, पैगाम ये अब घर घर होगा। जो सपनों की झिलमिल में है, हर जुबां पे जो हर दिल में है, अनजान भी दे जो जान गए, चर्चे भी तो हर महफिल में है।
ਰਾਸ਼ਟਰ ਲਈ ਵਿਸ਼ੇਸ਼ ਹੈ। ਇਸ ਦਿਨ ਸਾਡੇ ਭਾਰਤ ਦੇਸ਼ ਦੇ ਰਹਿਬਰ ਡਾਕਟਰ ਭੀਮ ਰਾਓ ਜੀ ਰਾਮ ਜੀ ਅੰਬੇਦਕਰ ਜੀ ਦਾ ਜਨਮ ਹੋਇਆ ਸੀ। ਕੀ ਵਜ੍ਹਾ ਹੈ, ਕਿਉਂ ਆਪਾਂ ਇਹ ਸਮਾਗਮ ਮਨਾ ਰਹੇ ਹਾਂ, ਇਹ ਸਾਡੇ ਸਾਰੇ ਹੀ ਸਤਿਕਾਰਯੋਗ ਇਸ ਗ੍ਰਾਮ ਦੇ ਨਾਗਰਿਕ ਜਾਣਦੇ ਹਨ। ਇਸ ਗ੍ਰਾਮ ਦੇ ਹੀ ਨਹੀਂ, ਪੂਰੇ ਭਾਰਤ ਦੇਸ਼ ਤੇ ਪੂਰੇ ਭਾਰਤ ਦੇਸ਼ ਦੇ ਨਹੀਂ, ਪੂਰੇ ਵਿਸ਼ਵ ਵਿੱਚ ਇਸ ਨਾਮ ਨੂੰ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਸਤਿਕਾਰ ਕਿਸੇ ਵੱਲੋਂ ਕੋਈ ਦਇਆਦਾਨ ਨਾਲ ਨਹੀਂ ਪ੍ਰਾਪਤ ਕੀਤਾ ਗਿਆ। ਬਹੁਤ ਹੀ ਸੰਘਰਸ਼ ਭਰੇ ਜੀਵਨ ਨੂੰ ਜਿਉਂਦਿਆਂ ਆਪਣੀ ਟੀਚਿਆਂ ਨੂੰ ਪ੍ਰਾਪਤ ਕਰਨ ਹਿੱਤ ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ ਇਹ ਜੋ ਨਾਮ ਲਵਾਇਆ ਜੀ, ਸੁਰਤੇਜ ਸਿੰਘ ਜੀ, ਸੁਖਵਿੰਦਰ ਰਾਮ ਜੀ, ਗਨੀ ਰਾਮ ਜੀ, ਬਿੱਟੂ ਸਹੋਤਾ ਜੀ, ਮਾਸਟਰ ਮਨੋਜ ਕੁਮਾਰ ਜੀ, ਸਰਦਾਰ ਗੁਰਨਾਮ ਸਿੰਘ ਜੀ, ਜੋ ਕਿ ਸਾਡੇ ਮੰਚ ਉੱਤੇ ਵਿਰਾਜਮਾਨ ਹਨ। ਸੋ ਹੁਣ ਮੈਂ ਬੇਨਤੀ ਕਰਦਾ ਮਾਸਟਰ ਮਨੋਜ ਕੁਮਾਰ ਜੀ ਨੂੰ ਮੌਜੂਦ ਹਾਜ਼ਰ ਸਭ ਸੰਘਰਸ਼ਸ਼ੀਲ ਅਤੇ ਚੰਗੀ ਸੋਚ ਰੱਖਣ ਵਾਲੇ ਇਸ ਹਾਲ ਦੇ ਵਿੱਚ ਮੌਜੂਦ ਸਭ ਮੈਂਬਰਸ ਨੂੰ ਜੈ ਭੀਮ ਜੈ ਭਾਰਤ। ਅੱਜ ਅਸੀਂ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾ ਰਹੇ ਹਾਂ। ਇਸ ਮੌਕੇ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਬਲਦੇਵ ਭਾਰਤੀ ਜੀ ਪਹੁੰਚੇ ਹਨ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਜੋ ਇੱਥੇ ਇੱਕ ਦਫ਼ਤਰ ਖੋਲ੍ਹਿਆ ਗਿਆ ਹੈ ਮਜ਼ਦੂਰਾਂ ਦੇ ਵਾਸਤੇ, ਉਸ ਦੇ ਬਾਰੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਉਸ ਦਫ਼ਤਰ ਦੇ ਸਹਿਯੋਗ ਦੇ ਵਿੱਚ ਸਾਡੇ ਨਗਰ ਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਅਸੀਂ ਗੱਲ ਕਰਦੇ ਹਾਂ ਡਾਕਟਰ ਭੀਮ ਰਾਓ ਜੀ ਦੀ ਕਿ ਉਹਨਾਂ ਦਾ ਜਿਹੜਾ ਜਨਮ ਆ ਉਹ 1891 ਈਸਵੀ ਦੇ ਵਿੱਚ ਰਾਮਦਾਸ ਜੀ ਦੇ ਘਰ ਅਤੇ ਭੀਮਾ ਬਾਈ ਦੀ ਜੀ ਦੇ ਕੁੱਖੋਂ ਹੋਇਆ। ਉਸ ਸਮੇਂ ਜੇਕਰ ਅਸੀਂ ਗੱਲ ਕਰੀਏ ਤਾਂ ਕਾਫੀ ਜਿਹੜਾ ਹੈਗਾ ਆ ਉਹ ਸਮਾਜ ਆ ਉਹ ਵੱਖ-ਵੱਖ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਉੱਚੀ ਜਾਤ ਦੇ ਜਿਹੜੇ ਲੋਕ ਹੈਗੇ ਆ ਉਹ ਨਿੱਜੀ ਜਾਤ ਦੇ, ਜਿਨ੍ਹਾਂ ਨੂੰ ਆਪਾਂ ਦਲਿਤ ਵੀ ਕਹਿੰਦੇ ਹੈਗੇ ਆ, ਉਹਨਾਂ ਦੇ ਉੱਤੇ ਕਾਫੀ ਅਤਿਆਚਾਰ ਕਰਦੇ ਸੀ ਕਿਉਂਕਿ ਉਹ ਸਮਾਂ ਹੀ ਇਹੋ ਜਿਹਾ ਸੀ। ਜੇਕਰ ਆਪਾਂ ਗੱਲ ਕਰਦੇ ਆ ਕਿ ਰਾਮ ਜੀ ਸੂਬੇਦਾਰ ਸਨ, ਕਾਫੀ ਉੱਚੀ ਉਹਨਾਂ ਦੀ ਪਦਵੀ ਸੀ। ਉਹਨਾਂ ਦੇ ਪਰਿਵਾਰ ਦੇ ਨਾਲ ਕਾਫੀ ਧੱਕਾ ਹੋਇਆ, ਬਹੁਤ ਜ਼ਿਆਦਾ ਧੱਕਾ ਹੋਇਆ। ਜਿਹੜੇ ਆਮ ਜਿਹੜੇ ਨਾਗਰਿਕ ਸੀ ਉਸ ਸਮੇਂ ਦੇ, ਉਹਨਾਂ ਦੇ ਨਾਲ ਦੱਸੋ ਕਿਹੋ ਜਿਹਾ ਸਲੂਕ ਹੁੰਦਾ ਹੋਵੇਗਾ। ਸੋਚਣ ਵਾਲੀ ਗੱਲ ਹੈ ਕਿ ਜਿਹਦੇ ਕੋਲ ਉੱਚੀ ਪਦਵੀ ਹੋਵੇ, ਸੂਬੇਦਾਰ ਦਾ ਪਰਿਵਾਰ ਹੋਵੇ, ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਤਾਂ ਆਮ ਜਿਹੜਾ ਨਾਗਰਿਕ ਜਿਹੜਾ ਸੀ, ਆਮ ਜਿਹੜੀ ਜਨਤਾ ਸੀ, ਉਹਨਾਂ ਦੇ ਨਾਲ ਕਿੱਦਾਂ ਦਾ ਸਲੂਕ ਹੁੰਦਾ ਹੋਵੇਗਾ। ਉਸ ਸਮੇਂ ਸਾਡੇ ਵਰਗ ਦੇ ਲੋਕਾਂ ਦੇ ਨਾਲ ਪਸ਼ੂਆਂ ਤੋਂ ਵੀ ਮਾੜਾ ਜਿਹੜਾ ਆ ਉਹ ਸਲੂਕ ਕੀਤਾ ਜਾਂਦਾ ਸੀ ਕਿ ਜੇਕਰ ਸਾਡੇ ਜਿਹੜੇ ਲੋਕਾਂ ਦੀ ਜਿਹੜੀ ਹੈਗੀ ਝਲਕ ਉਹਨਾਂ ਦੇ ਸਾਹਮਣੇ ਪੈ ਜਾਵੇ ਤਾਂ ਇੱਕ ਤਰ੍ਹਾਂ ਦਾ ਮਾੜਾ ਪਰਛਾਵਾਂ ਸਮਝਿਆ ਜਾਂਦਾ ਸੀ ਤੇ ਜੇਕਰ ਕਿਸੇ ਦੀ ਜਿਹੜੀ ਭੇੜ ਆ ਉਹ ਦਿਸ ਜਾਵੇ ਤਾਂ ਉਹਨੂੰ ਵੀ ਅਪਸ਼ਗਨ ਜਿਹੜਾ ਹੈਗਾ ਉਹ ਸਮਝਿਆ ਜਾਂਦਾ ਸੀ। ਭੇੜ ਨੂੰ ਸਮਾਪਤ ਕਰਨ ਦੇ ਲਈ ਉਹਨਾਂ ਦੇ ਪਿੱਛੇ ਝਾੜੂ ਬੰਨਿਆ ਜਾਂਦਾ ਸੀ ਤਾਂ ਕਿ ਜਿਹੜਾ ਹੈਗਾ ਉਹ ਜਿਹੜੀ ਭੇੜ ਆ ਉਹ ਖਤਮ ਹੋ ਜਾਵੇ। ਇਸ ਤਰ੍ਹਾਂ ਦਾ ਉਹ ਵਾਤਾਵਰਨ ਸੀ। ਉਸ ਵਾਤਾਵਰਨ ਦੇ ਨਾਲ ਸੰਘਰਸ਼ ਕਰਦੇ ਹੋਏ ਭੀਮ ਰਾਓ ਜੀ ਨੇ ਆਪਣੀ ਜਿਹੜੀ ਵਿੱਦਿਆ ਉਹ ਜਾਰੀ ਰੱਖੀ। ਵਿੱਦਿਆ ਦੇ ਵਿੱਚ ਉਹਨਾਂ ਦੀਆਂ ਵਿੱਦਿਆ ਦੇ ਵਿੱਚ ਕਾਫੀ ਰੁਕਾਵਟਾਂ ਆਈਆਂ। ਉਹਨਾਂ ਨੇ ਸਿਰਫ ਪੜ੍ਹਨ ਦੇ ਵਾਸਤੇ ਜਿਹੜਾ ਹੈਗਾ ਆ ਪ੍ਰੇਰਿਤ ਕੀਤਾ ਤਾਂ ਕਿ ਪੜ੍ਹ ਕੇ ਹੀ ਸਾਡਾ ਸਮਾਜ ਜਿਹੜਾ ਆ ਉਹ ਬੁਰਾਈਆਂ ਨੂੰ ਸਮਝ ਸਕਦਾ ਹੈ ਅਤੇ ਉਹਨਾਂ ਨੂੰ ਖਤਮ ਕਰਨ ਦੇ ਲਈ ਕੋਈ ਨਾ ਕੋਈ ਉਪਰਾਲਾ ਕਰ ਸਕਦਾ ਹੈ। ਕਿਉਂਕਿ ਉਸ ਸਮੇਂ ਸਾਡਾ ਜਿਹੜਾ ਹੈਗਾ ਆ ਕੋਈ ਵੀ ਨੁਮਾਇੰਦਾ ਆ ਉਹ ਸਰਕਾਰ ਦੇ ਵਿੱਚ ਨਹੀਂ ਸੀ, ਨਾ ਹੀ ਯਾਨੀ ਕਿ ਉੱਚੀ ਜਾਤੀ ਦਾ ਮੁਕਾਬਲਾ ਕਰ ਸਕਦਾ ਸੀ। ਜੇਕਰ ਕੋਈ ਪੜ੍ਹਿਆ ਲਿਖਿਆ ਹੁੰਦਾ ਤਾਂ ਹੀ ਮੁਕਾਬਲਾ ਕਰ ਸਕਦਾ ਸੀ, ਨਹੀਂ ਤਾਂ ਯਾਨੀ ਕਿ ਹੈਗੇ ਆ ਜੇਕਰ ਕੋਈ ਵੇਦ ਵੀ ਯਾਨੀ ਕਿ ਸੁਣ ਲੈਂਦਾ ਹੈ, ਕੋਈ ਚੰਗੇ ਸ਼ਬਦ ਜਿਹੜੇ ਸੁਣ ਲੈਂਦਾ ਸੀ, ਉਸ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਇਹੋ ਜਿਹੇ ਵਾਤਾਵਰਨ ਦੇ ਵਿੱਚ ਉਹਨਾਂ ਨੇ ਆਪਣੀ ਵਿੱਦਿਆ ਹਾਸਲ ਕੀਤੀ। ਵਿੱਦਿਆ ਵੀ ਜਿਹੜੀ ਹੈਗੀ ਆ ਇਕੱਲੇ ਭਾਰਤ ਤੋਂ ਨਹੀਂ, ਵੱਖ-ਵੱਖ ਜਿਹੜੇ ਹੈਗੇ ਸੰਸਾਰ ਦੇ ਦੇਸ਼ਾਂ ਵਿੱਚ ਜਾ ਕੇ ਆਪਣੀ ਵਿੱਦਿਆ ਪ੍ਰਾਪਤ ਕੀਤੀ। ਉਸ ਵਿੱਦਿਆ ਦੀ ਚਰਚਾ ਜੇਕਰ ਆਪਾਂ ਕਹੀਏ
ਉਹਨਾਂ ਨੇ ਲਾ ਕੀਤਾ ਸੀ, ਇਕਨੋਮਿਕਸ ਦੀ ਡਿਗਰੀ ਹਾਸਲ ਕੀਤੀ, PhD ਦੀ ਡਿਗਰੀ ਹਾਸਲ ਕੀਤੀ। ਇਕਨੋਮਿਕਸ ਦੀ ਡਿਗਰੀ ਜੋ ਉਹਨਾਂ ਨੇ ਹਾਸਲ ਕੀਤੀ ਹੈ ਅਜੇ ਤੱਕ ਵੀ ਉਸ ਦਾ ਮੁਕਾਬਲਾ ਇਸ ਸੰਸਾਰ ਦੇ ਵਿੱਚ ਨਹੀਂ ਹੋ ਸਕਿਆ। ਇਸੇ ਕਰਕੇ ਹੀ ਪੂਰਨ ਜਿਹੜਾ ਹੈ ਸੰਸਾਰ ਦੇ ਵਿੱਚ ਉਹਨਾਂ ਦੀ ਮਾਨਤਾ ਹੈ, ਕਿਉਂਕਿ ਜਿੱਥੇ ਅਸੀਂ ਗੱਲ ਕਰਦੇ ਹਾਂ ਬਾਬਾ ਸਾਹਿਬ ਜੀ ਦੇ, ਉਹਨਾਂ ਨੂੰ ਨੌਲੇਜ ਆਫ ਸਿੰਬਲ, ਗਿਆਨ ਦਾ ਚਿੰਨ੍ਹ ਦਾ ਜਿਹੜਾ ਹੈਗਾ ਉਹ ਦਰਜਾ ਦਿੱਤਾ ਗਿਆ ਹੈ, ਗਿਆਨ ਦਾ ਚਿੰਨ੍ਹ, ਕਿ ਉਹਨਾਂ ਤੋਂ ਜ਼ਿਆਦਾ ਕਿਸੇ ਨੂੰ ਵੀ ਗਿਆਨ ਨਹੀਂ ਸੀ। ਇਸੇ ਹੀ ਕਰਕੇ ਭਾਰਤੀ ਸੰਵਿਧਾਨ ਤਿਆਰ ਕਰਨ ਦਾ ਮੁੱਖ ਜਿਹੜਾ ਹੈਗਾ ਚੇਅਰਮੈਨ ਉਹਨਾਂ ਨੂੰ ਹੀ ਚੁਣਿਆ ਗਿਆ। ਇਹ ਸਾਡੇ ਵਾਸਤੇ ਸਭ ਤੋਂ ਵੱਡੀ ਗੱਲ ਸੀ ਕਿ ਸਾਡੇ ਸਮਾਜ ਦੇ ਵਿੱਚੋਂ ਸੰਵਿਧਾਨ ਲਿਖਣ ਦੇ ਵਾਸਤੇ ਚੇਅਰਮੈਨ ਜਿਹੜਾ ਉਹਨਾਂ ਨੂੰ ਬਣਾਇਆ ਗਿਆ। ਇਹ ਜਿਹੜਾ ਸੰਵਿਧਾਨ ਤਿਆਰ ਕਰਕੇ ਕਮੇਟੀ ਨੂੰ ਦਿੱਤਾ ਗਿਆ, ਉਸ ਤੋਂ ਬਾਅਦ ਆਜ਼ਾਦ ਭਾਰਤ ਦੇ ਪਹਿਲੇ ਜਿਹੜੇ ਕਾਨੂੰਨ ਮੰਤਰੀ ਆ ਉਹ ਵੀ ਬਾਬਾ ਸਾਹਿਬ ਹੀ ਬਣੇ, ਕਿਉਂਕਿ ਉਹਨਾਂ ਨੂੰ ਕਾਨੂੰਨ ਦੇ ਬਾਰੇ ਪੂਰੀ ਨੌਲੇਜ ਸੀਗੀ। ਇਸੇ ਢੰਗ ਦੇ ਨਾਲ ਬਾਬਾ ਸਾਹਿਬ ਜੀ ਨੇ ਜਿਸ ਢੰਗ ਦੇ ਨਾਲ ਕਾਨੂੰਨ ਮੰਤਰੀ, ਉਸ ਤੋਂ ਇਲਾਵਾ ਪ੍ਰੋਫੈਸਰ, ਉਸ ਤੋਂ ਬਾਅਦ ਹੋਰ ਵੀ ਕਈ ਅਹੁਦਿਆਂ ਦੇ ਉੱਤੇ ਉਹਨਾਂ ਨੇ ਕੰਮ ਕੀਤਾ। ਤਾਂ ਹੁਣ ਜੇ ਜਾਣੀ ਕਿ ਜਿਹੜਾ ਹੈਗਾ ਮਹੀਨਾ ਕੁ ਪਹਿਲਾਂ ਇੱਕ ਜਿਹੜਾ ਹੈਗਾ ਫੌਰਨ ਜਿਹੜੀ ਹੈਗੀ ਸਰਕਾਰ ਨੇ, ਉਹਨਾਂ ਨੇ ਜਿਹੜਾ ਕਿ ਇਹ ਵਾਲਾ ਜਿਹੜੀ ਸੂਚਨਾ ਦਿੱਤੀ ਹੈ ਕਿ ਇਸ ਦਿਨ ਨੂੰ ਸਮਾਨਤਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਵੀ ਸਮਾਨਤਾ ਦਿਵਸ ਜਿਸ ਤਰ੍ਹਾਂ ਕਿ ਬਾਹਰਲੀਆਂ ਸਰਕਾਰਾਂ ਹੈਗੀਆਂ ਉਹਨਾਂ ਨੇ ਜਿਹੜਾ ਲੈਟਰ ਕੱਢਿਆ ਹੈ ਵੀ ਇਸ ਦਿਵਸ ਨੂੰ ਸਮਾਨਤਾ ਦੇ ਤੌਰ ਤੇ, ਕਿਉਂਕਿ ਪਹਿਲਾਂ ਕੋਈ ਸਮਾਨਤਾ ਨਹੀਂ ਸੀ, ਕਿਉਂਕਿ ਉਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਨੇ ਸੰਵਿਧਾਨ ਲਿਖਿਆ, ਸੰਵਿਧਾਨ ਦੇ ਵਿੱਚ ਅਧਿਕਾਰ ਦਿੱਤੇ ਵੀ ਸਾਰੇ ਹੀ ਸਮਾਨ ਹਨ, ਸਾਰਿਆਂ ਨੂੰ ਕਿ ਪੜ੍ਹਾਈ ਕਰਨ ਦਾ ਜਿਹੜਾ ਹੈਗਾ ਉਹ ਬਰਾਬਰ ਦਾ ਹੱਕ ਹੈ, ਕੋਈ ਊਚ ਨੀਚ ਨਹੀਂ ਹੈ, ਸਾਰੇ ਹੀ ਬਰਾਬਰ ਹਨ। ਇਸ ਤਰ੍ਹਾਂ ਦੀ ਸੋਚ ਦੇ ਨਾਲ ਉਹਨਾਂ ਨੇ ਸਾਡੇ ਸਮਾਜ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ, ਜਿਸ ਦਾ ਅਸੀਂ ਕੋਈ ਵੀ ਮੁਕਾਬਲਾ ਨਹੀਂ ਕਰ ਸਕਦੇ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਬਾਬਾ ਸਾਹਿਬ ਜੀ, ਸਾਬਕਾ ਸਰਪੰਚ ਸਾਹਿਬਾਨ, ਪੰਚ ਲੰਬੜਦਾਰ ਸਾਹਿਬਾਨ, ਬਜ਼ੁਰਗੋ, ਭਰਾਵੋ, ਮੇਰੀਆਂ ਮਾਤਾਵਾਂ, ਭੈਣਾਂ, ਗੁਰੂ ਚਰਨਾਂ 'ਚ ਫਤਿਹ ਬੁਲਾਓ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ। ਅੱਜ ਗੁਰੂ ਮਹਾਰਾਜ ਨੇ ਇਹ ਪਾਰ ਕਿਰਪਾ ਕੀਤੀ ਹੈ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਹੈ ਕਿ ਇਹ ਜੋ ਬਾਬਾ ਅੰਬੇਦਕਰ ਜੀ ਦਾ ਜੋ ਇਹ ਜਨਮ ਦਿਹਾੜਾ, ਜੋ ਪਹਿਲਾਂ ਨਾਲੋਂ ਵੀ ਅੱਜ ਉੱਚੇ ਪੱਧਰ ਤੇ ਪਿੰਡ ਨਗਰ ਨਿਵਾਸੀਆਂ ਨੇ ਸਾਰੇ ਸਹਿਯੋਗ ਨਾਲ ਜੋ ਅੱਜ 131ਵਾਂ ਜਨਮ ਦਿਨ ਹੈ, ਉਹ ਕਨੌਲਾ ਕਲਾਂ ਨਗਰ ਨਹੀਂ, ਪੰਜਾਬ ਅੰਦਰ ਜੋ ਦੇਸ਼ ਦੇ ਅੰਦਰ ਵੱਖ-ਵੱਖ ਥਾਵਾਂ ਤੇ ਜੋ ਆਯੋਜਨ ਕੀਤਾ ਗਿਆ ਹੈ। ਇਸ ਦੇ ਨਾਲ ਵੀ ਅੱਜ ਜੋ ਖਾਲਸਾ ਸਾਜਨਾ ਦਿਵਸ ਹੈ, ਤੇ ਮੈਂ ਇਸ ਖੁਸ਼ੀਆਂ ਭਰੇ ਸਮੇਂ ਅੰਦਰ ਸਮਾਗਮ ਤੇ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਜੋ ਵਧਾਈ ਦਿੰਦਾ ਹਾਂ, ਉੱਥੇ ਖਾਲਸਾ ਜਨਮ ਦਿਨ ਦੀਆਂ ਵੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਾ ਹਾਂ। ਅੱਜ ਆਪਣੇ ਨਗਰ ਵਿੱਚ ਬਹੁਤ ਹੀ ਬਾਬਾ ਜੀ ਦੇ ਜਨਮ ਦਿਨ ਦਾ ਜੋ ਉਤਸ਼ਾਹ ਹੈ, ਇਹਦੀ ਵੀਰੋ ਇੱਕ ਵੱਖਰੀ ਹੀ ਵਿਲੱਖਣਤਾ ਹੈ। ਸਾਨੂੰ ਸਾਰਿਆਂ ਨੂੰ ਧਰਮਾਂ ਤੋਂ, ਜਾਤ ਪਾਤ ਤੋਂ ਉੱਪਰ ਉੱਠ ਕੇ ਸਾਨੂੰ ਇਹੋ ਜਿਹਾ ਸਮਾਗਮ ਕਰਨੇ ਚਾਹੀਦੇ ਹਨ, ਜਿੱਥੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੇ ਜਨਮ ਤੋਂ ਆਪਾਂ ਦੇਖੀਏ ਤਾਂ ਉਹਨਾਂ ਨੂੰ ਜਨਮ ਤੋਂ ਲੈ ਕੇ ਪੜ੍ਹਾਈ ਵਿੱਦਿਆ ਪ੍ਰਾਪਤ ਕਰਨ ਤੱਕ ਜੋ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਮੁਸ਼ਕਲਾਂ ਆਈਆਂ ਸੀ, ਕਿਉਂਕਿ ਇਸ ਦੇਸ਼ ਦੇ ਵਿੱਚ ਜ਼ੋਰਾਵਰਾਂ ਦਾ ਤੇ ਮੁਗਲਾਂ ਦਾ ਰਾਜ ਸੀ, ਪਰ ਉਹ ਜੋ ਉਹਨਾਂ ਦੀ ਇੱਕ ਲਹਿਰ ਸੀ, ਜੋ ਇੱਕ ਸੰਘਰਸ਼ੀਲ ਜ਼ਿੰਦਗੀ ਸੀ, ਜੋ ਕਿਰਤੀਆਂ ਦੇ, ਮਜ਼ਦੂਰਾਂ ਦੇ, ਉਹਨਾਂ ਦੇ ਹੱਕ ਵਿੱਚ ਜਾਤ ਪਾਤ ਤੋਂ ਉੱਪਰ ਉੱਠ ਕੇ ਸਮਾਜ ਦੀ ਸੇਵਾ ਕਰਨ ਦਾ ਜੋ ਉਪਰਾਲਾ ਸੀ, ਮਨ ਵਿੱਚ ਚੰਗੀ ਸੋਚ ਸੀ, ਉਹ ਸੋਚ ਨੂੰ ਲੈ ਕੇ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਜੋ ਸਾਨੂੰ ਇੱਕ ਸੇਧ ਦਿੱਤੀ ਹੈ, ਜੋ ਹਿੰਦੁਸਤਾਨ ਦੇ ਵਿੱਚ ਜੋ ਸੰਵਿਧਾਨ ਉਹਨਾਂ ਨੇ ਲਿਖਿਆ ਹੈ, ਅੱਜ ਵੀ ਉਸ ਸੰਵਿਧਾਨ ਨੂੰ ਹਿੰਦੁਸਤਾਨ ਦੇ ਵਿੱਚ ਜੋ ਲਾਗੂ ਹੈ। ਭਾਵੇਂ ਹਿੰਦੁਸਤਾਨ ਦੇ ਵਿੱਚ ਅੱਜ ਵੀ ਜ਼ੋਰ ਵਾਦੀਆਂ ਦਾ ਜੋ ਰਾਜ ਭਾਗ ਹੈ, ਪਰ ਫਿਰ ਵੀ ਵੀਰੋ ਉਸ ਸੰਵਿਧਾਨ ਦੇ ਅੰਦਰ ਚੱਲ ਕੇ ਹਰ ਇੱਕ ਨੂੰ ਜੋ ਉਹਦਾ ਹੱਕ ਬਣਦਾ ਹੈ ਉਹ ਦਿੱਤਾ ਜਾਂਦਾ ਹੈ। ਜੋ ਡਾਕਟਰ ਸਾਹਿਬ ਨੇ ਜੋ ਉੱਚੀ ਵਿੱਦਿਆ ਵੀ ਪ੍ਰਾਪਤ ਕੀਤੀ, ਭਾਵੇਂ ਦੇਸ਼ ਦੇ ਵਿੱਚ ਉਹਨਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਲਾਂ ਵੀ ਆਈਆਂ,
ਪਰ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ, ਕਾਲਜਾਂ ਦੀ ਪੜ੍ਹਾਈ ਕੀਤੀ। ਜੇ ਵੀਰ ਉਹਨਾਂ ਨੇ ਪੜ੍ਹਾਈ ਕੀਤੀ ਸੀ ਤਾਂ ਉਹਨਾਂ ਨੂੰ ਇੱਕ ਡਾਕਟਰ ਸਾਹਿਬ ਇੱਕ ਜਿਹੇ ਕਹਿ ਸਕਦਾ ਕਿ ਉਸ ਵੇਲੇ ਦੇ ਉੱਚੇ ਪੜ੍ਹੇ ਲਿਖੇ ਸੂਝਵਾਨ ਵਿਦਵਾਨ ਸੀ, ਜਿਨ੍ਹਾਂ ਨੇ ਸੰਵਿਧਾਨ ਹਿੰਦੁਸਤਾਨ ਦੇ ਵਿੱਚ ਲਾਗੂ ਕਰਕੇ ਸਾਨੂੰ ਮਜ਼ਦੂਰਾਂ ਨੂੰ ਜੋ ਹੱਕ ਦੇਣ ਦਾ ਜੋ ਉਪਰਾਲਾ ਕੀਤਾ ਹੈ। ਉਸ ਤੋਂ ਪਹਿਲਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ 1699 ਦੇ ਵਿੱਚ ਇੱਕ ਖਾਲਸਾ ਪੰਥ ਦੀ ਸਾਜਨਾ ਕਰਕੇ ਜੋ ਸਾਨੂੰ ਊਚ ਨੀਚ ਜਾਤ ਪਾਤ ਉੱਚੇ ਨੀਵੇਂ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਕੇ ਇੱਕੋ ਹੀ ਖਾਲਸਾ ਪੰਥ ਸਜਾਇਆ ਸੀ। ਤੇ ਅੱਜ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਤੇ ਰਸਤਨ ਚੱਲਣ ਦੀ ਲੋੜ ਹੈ। ਜਿੱਥੇ ਅਤਿਆਚਾਰ ਹੋਵੇ, ਜ਼ੁਲਮ ਹੋਵੇ, ਭ੍ਰਿਸ਼ਟਾਚਾਰ ਹੋਵੇ, ਉੱਥੇ ਸਾਨੂੰ ਆਪਾਂ ਨੂੰ ਇਕੱਠੇ ਹੋ ਕੇ ਉਸ ਦੀ ਸਾਨੂੰ ਜ਼ੋਰਦਾਰ ਨਿੰਦਿਆ ਕਰਨੀ ਚਾਹੀਦੀ ਹੈ। ਇਹ ਜੋ ਸਾਡਾ ਪਿੰਡ ਗੰਦੋਲਾ ਕਲਾਂ ਨਗਰ ਹੈ, ਬਹੁਤ ਹੀ ਸੂਝਵਾਨ ਨਗਰ ਹੈ। ਸਾਡੇ ਮਾਸਟਰ ਜੀ ਹੋਰ ਵੀ ਪੜ੍ਹੇ ਲਿਖੇ ਜੋ ਮੁਲਾਜ਼ਮ ਹਨ, ਬਹੁਤ ਹੀ ਪੜ੍ਹੇ ਲਿਖੇ ਹਨ। ਇਸ ਲਈ ਵੀਰੋ ਆਪਾਂ ਨੂੰ ਜੋ ਅੱਜ ਆਪਾਂ ਸਾਰਿਆਂ ਨੇ ਆਪਣੇ ਨਗਰ ਦੇ ਵਿੱਚ ਜੋ ਭਾਰਤੀ ਜੀ ਦੇ ਸਹਿਯੋਗ ਦੇ ਨਾਲ ਜੋ ਸਮਾਗਮ ਕੀਤਾ ਹੈ, ਇਹਨਾਂ ਦੇ ਨਾਲ ਆਪਣੇ ਸੁਖਵਿੰਦਰ ਸਾਬਕਾ ਪੰਚ ਜੀ ਦਾ ਜੋ ਤਾਲਮੇਲ ਹੈ, ਜੋ ਵੀ ਸਰਕਾਰਾਂ ਵੱਲੋਂ ਚਾਹੇ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੀਆਂ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਪਰ ਕਈ ਵਾਰੀ ਜਦੋਂ ਆਪਾਂ ਸਹੂਲਤਾਂ ਲੈਣ ਵਾਸਤੇ ਕੋਈ ਆਪਾਂ ਨੂੰ ਕਾਗਜ਼ਾਂ ਪੱਤਰਾਂ ਦੀ ਵੀ ਲੋੜ ਪੈਂਦੀ ਹੈ, ਥੋੜਾ ਬਹੁਤਾ ਆਪਾਂ ਨੂੰ ਨੂਰਮਹਿਲ ਤਹਿਸੀਲੇ ਵੀ ਜਾਣਾ ਪੈਂਦਾ ਹੈ, ਪਰ ਉਸ ਵੇਲੇ ਆਪਣੇ ਕੋਲ ਟਾਈਮ ਨਹੀਂ ਹੁੰਦਾ। ਪਰ ਜਦੋਂ ਕੋਈ ਗੁਆਂਢੀ ਨੂੰ ਸਹੂਲਤ ਮਿਲ ਜਾਂਦੀ ਆ, ਕੋਈ ਸਰਕਾਰ ਵੱਲੋਂ ਸਹਾਇਤਾ ਮਿਲ ਜਾਂਦੀ ਆ, ਤਾਂ ਫਿਰ ਸਾਡਾ ਮਨ ਬਹੁਤ ਸ਼ਾਹ ਹੁੰਦਾ ਵੀ ਗੁਆਂਢੀ ਨੂੰ ਸਹੂਲਤ ਕਿਉਂ ਮਿਲ ਗਈ ਹੈ। ਇਸ ਲਈ ਵੀਰੋ ਆਪਾਂ ਗੰਦੋਲਾ ਕਲਾਂ ਦੇ ਨਗਰ ਜੋ ਮਜ਼ਦੂਰ ਕਿਰਤੀ ਆਪਾਂ ਕਿਸਮਤ ਵਾਲਿਆਂ ਭਾਗਾਂ ਵਾਲਿਆਂ ਜੋ ਪੰਜਾਬ ਸਰਕਾਰ ਦੀਆਂ ਜੋ ਸੈਂਟਰ ਸਰਕਾਰ ਦੀਆਂ ਲੋੜ ਬੰਦਾਂ ਨੂੰ ਸਹੂਲਤਾਂ ਚਾਹੀਦੀਆਂ ਹਨ। ਆਪਣੇ ਕੋਲ ਬਲਦੇਵ ਭਾਰਤੀ ਜੀ ਆਪ ਆਪਣੇ ਨਗਰ ਦੇ ਵਿੱਚ ਚੱਲ ਕੇ ਆਇਆ, ਤੇ ਜੇ ਹੁਣ ਸਹੂਲਤਾਂ ਲੈਣੀਆਂ ਤੇ ਆਪਾਂ ਨੂੰ ਥੋੜਾ ਬਹੁਤਾ ਟਾਈਮ ਵੀ ਕੱਢਣਾ ਪਊਗਾ, ਇਹਨਾਂ ਦੇ ਵਿਚਾਰ ਵੀ ਸੁਣਨੇ ਪੈਣਗੇ। ਇਸ ਲਈ ਭਾਈ ਆਪਾਂ ਸਾਰੇ ਹੀ ਇਕੱਠੇ ਹੋ ਕੇ ਜਿੱਥੇ ਇਹ ਸੰਸਥਾ ਬਣੀ ਹੈ, ਇਸ ਸੰਸਥਾ ਤੋਂ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ। ਜੋ ਸਰਕਾਰਾਂ ਵੱਲੋਂ ਸਹੂਲਤਾਂ ਮਿਲਦੀਆਂ ਹਨ ਤੇ ਆਪਾਂ ਨੂੰ ਇਹੋ ਜਿਹਾ ਉਪਰਾਲੇ ਧਾਰਮਿਕ ਤੌਰ ਤੇ ਰਾਜਨੀਤੀ ਤੋਂ ਪਾਰਟੀ ਵਜੋਂ ਉੱਤੇ ਉੱਠ ਕੇ ਆਪਾਂ ਨੂੰ ਕਰਨੇ ਚਾਹੀਦੇ ਹਨ। ਮੇਰੇ ਹਿਸਾਬ ਨਾਲ ਜੋ ਅੱਜ ਵੀ ਮੈਂ ਦੇਖ ਰਿਹਾ ਹਾਂ, ਹਜੇ ਵੀ ਥੋੜਾ ਬਹੁਤਾ ਰਾਜਨੀਤੀ ਦਾ ਜਿਹੜਾ ਕਰੰਟ ਹੈ ਉਹ ਸਮਾਗਮਾਂ ਦੇ ਵਿੱਚ ਆ ਜਾਂਦਾ। ਮੈਂ ਤਾਂ ਗੁਰਦੁਆਰਾ ਸਾਹਿਬ ਵਿਖੇ ਖੜਾ, ਪਰ ਜਿੱਥੇ ਕੋਈ ਲੋੜਵੰਦ ਦੀ ਹੋਵੇ, ਜਿੱਥੇ ਧਾਰਮਿਕ ਤੌਰ ਤੇ ਭਾਵਨਾ ਹੋਵੇ, ਜਿੱਥੇ ਕੋਈ ਗੁਰਪੁਰਬ ਮਨਾਉਣੇ ਹੋਵੇ, ਗੁਰੂ ਰਵਿਦਾਸ ਦਾ ਮਨਾਉਣਾ ਹੋਵੇ, ਗੁਰੂ ਨਾਨਕ ਦਾ ਮਨਾਉਣਾ ਹੋਵੇ, ਹੋਰ ਵੀ ਕਾਰਜ ਕਰਨੇ ਹੋਣ, ਪਰ ਨੀਵੇਂ ਹੋ ਕੇ ਉਹਨਾਂ ਸਮਾਗਮਾਂ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਹਿੱਸਾ ਪਾਉਣਾ ਚਾਹੀਦਾ, ਸਹਿਯੋਗ ਦੇਣਾ ਚਾਹੀਦਾ। ਜਾਂ ਜੋ ਆਪਾਂ ਇਹ ਚੰਗੇ ਸਮਾਜ ਦੀ ਜੋ ਸਾਨੂੰ ਡਾਕਟਰ ਭੀਮ ਰਾਏ ਅੰਬੇਦਕਰ ਨੇ ਜੋ ਸਾਨੂੰ ਸਿਰਜਣਾ ਦਿੱਤੀ ਹੈ, ਜੋ ਸਾਨੂੰ ਸੇਧ ਦਿੱਤੀ ਹੈ, ਉਸ ਤੇ ਚੱਲ ਕੇ ਆਪਾਂ ਚੰਗੇ ਸਮਾਜ ਦੀ ਸਿਰਜਣਾ ਕਰੀਏ। ਇਹਨਾਂ ਸ਼ਬਦਾਂ ਦੇ ਨਾਲ ਵੀ ਜੋ ਇੱਥੇ ਦੀ ਕਮੇਟੀ ਹੈ, ਜੋ ਸਾਰੇ ਹੀ ਪਿੰਡ ਦੇ ਨਗਰ ਤੋਂ ਪਹੁੰਚੇ ਹਨ, ਨੌਜਵਾਨ ਪਹੁੰਚੇ ਹਨ, ਉਹਨਾਂ ਦਾ ਵੀ ਮੈਂ ਇੱਥੇ ਪਹੁੰਚਣ ਤੇ ਉਹਨਾਂ ਨੂੰ ਜੀਆ ਵੀ ਆਖਦਾ ਹਾਂ, ਧੰਨਵਾਦ ਵੀ ਕਰਦਾ ਹਾਂ, ਕਿਉਂਕਿ ਤੁਹਾਡੇ ਮਨ ਵਿੱਚ ਇਹੋ ਜਿਹੇ ਸਮਾਗਮਾਂ ਤੇ ਜਾਣ ਦਾ ਸ਼ੌਂਕ ਹੈ, ਤਾਂ ਹੀ ਤੁਸੀਂ ਇਸ ਨਗਰ ਦੀ, ਇਸ ਪਿੰਡ ਦੀ ਤੇ ਲੋੜਵੰਦਾਂ ਦੀ ਆਪਾਂ ਮਦਦ ਕਰ ਸਕਦੇ ਹਾਂ, ਸਹਾਇਤਾ ਕਰ ਸਕਦੇ ਹਨ। ਇਹਨਾਂ ਸ਼ਬਦਾਂ ਦੇ ਨਾਲ ਮੈਂ ਫੇਰ ਸਾਡੇ ਬਹੁਤ ਹੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਤੇ ਜੋ ਖਾਲਸੇ ਦਾ ਜਨਮ ਦਿਨ ਹੈ, ਖਾਲਸਾ ਜਨਮ ਹੈ, ਉਸ ਤੇ ਆਪਾਂ ਖੁਸ਼ੀਆਂ ਭਰੇ ਸਮੇਂ ਅੰਦਰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਗੁਰੂ ਚਰਨਾਂ ਵਿੱਚ ਉਸ ਪਰਮਾਤਮਾ ਦੇ ਈਸ਼ਵਰ ਦੇ ਚਰਨਾਂ ਵਿੱਚ ਕਾਮਨਾ ਕਰਦਾ ਕਿ ਜਿਸ ਭਾਵਨਾ ਨੂੰ ਲੈ ਕੇ, ਜਿਸ ਸਤਿਕਾਰ ਨੂੰ ਤੁਸੀਂ ਲੈ ਕੇ ਇਹ ਕਾਰਜ ਕਰ ਰਹੇ ਹੋ, ਸਤਿਗੁਰੂ ਮਹਾਰਾਜ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਆਪਾਂ ਇਕੱਠੇ ਹੋ ਕੇ ਕਾਰਜ ਕਰੀਏ, ਸਫਲਤਾ ਪ੍ਰਾਪਤ ਕਰੀਏ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਾਣ ਵਾਲੀ ਗੱਲ ਹੈ ਕਿ ਅੱਜ ਜੇ ਮੈਂ ਇੱਥੇ ਖੜੀ ਹਾਂ ਤਾਂ ਇਸ ਦੇ ਪਿੱਛੇ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਬਹੁਤ ਵੱਡੀ ਅਣਥੱਕ ਘਾਲਣਾ ਜਿਹੜੀ ਆ ਹੋ ਰਹੀ ਆ। ਸਾਡੇ ਸਮਾਜ ਦੀ ਵੀ ਬਹੁਤ ਘਾਲਣਾ ਰਹੀ ਆ। ਅਸੀਂ ਬਹੁਤ ਸੰਘਰਸ਼ ਕਰਕੇ ਇਸ ਪੱਧਰ ਤੱਕ ਜਿਹੜਾ ਪਹੁੰਚੇ ਆ ਜਾਂ ਕੋਈ ਮੁਕਾਮ ਜਿਹੜਾ ਉਹ ਹਾਸਲ ਕਰ ਸਕੇ ਹਾਂ। ਸ਼੍ਰੀ ਬਲਦੇਵ ਭਾਰਤੀ ਜੀ, ਸਰਦਾਰ ਗੁਰਨਾਮ ਸਿੰਘ ਜੀ ਤੇ ਹੋਰ ਜਿੰਨੀਆਂ ਵੀ ਮੰਚ ਤੇ ਸੁਸ਼ੋਭਿਤ ਸ਼ਖਸੀਅਤਾਂ ਆ, ਸਤਿਕਾਰਤ ਸ਼ਖਸੀਅਤਾਂ, ਮੈਂ ਉਹਨਾਂ ਸਭਨਾਂ ਨੂੰ ਜੀ ਆਇਆਂ ਕਹਿੰਦੀ ਹਾਂ। ਦੋ ਚਾਰ ਗੱਲਾਂ ਜਿਹੜੀਆਂ ਆ ਮੇਰੇ ਮਨ 'ਚ ਹੈਗੀਆਂ ਉਹ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜਿਹੜੇ ਆ ਉਹ ਹਮੇਸ਼ਾ ਤੋਂ ਔਰਤ
ਅਤੇ ਮਰਦ ਦੋਨਾਂ ਦੀ ਬਰਾਬਰੀ ਦੇ ਹਾਮੀ ਰਹੇ ਆ। ਉਹਨਾਂ ਨੇ ਔਰਤਾਂ ਦੇ ਵਿਕਾਸ ਵਿੱਚ ਬਹੁਤ ਜ਼ਿਆਦਾ ਯਤਨ ਕੀਤੇ ਆ। ਮਤਲਬ ਬਹੁਤ ਸਾਰੇ ਕਾਨੂੰਨ ਇੱਦਾਂ ਦੇ ਬਣਾਏ ਆ ਵੀ ਔਰਤਾਂ ਨੂੰ ਜਿਹੜਾ ਉਹ ਵੀ ਅੱਗੇ ਲਿਆਂਦਾ ਜਾਵੇ, ਮਰਦਾਂ ਦੇ ਬਰਾਬਰ ਰੱਖਿਆ ਜਾਵੇ। ਠੀਕ ਹੈ ਜੀ। ਅੱਜ ਜਿਹੜੀ ਗੱਲ ਮੈਨੂੰ ਇੱਥੇ ਚੁੱਭੀ ਆ ਥੋੜ੍ਹੀ ਜਿਹੀ ਕਿ ਦੇਖੋ ਸਾਡੇ ਜਿਹੜੇ ਮੇਰੇ ਭਰਾ ਜਿਹੜੇ ਹੈਗੇ ਉਹ ਕੁਰਸੀਆਂ 'ਤੇ ਬੈਠੇ ਆ ਅਤੇ ਮੇਰੀਆਂ ਭੈਣਾਂ ਜਿਹੜੀਆਂ ਉਹ ਜ਼ਮੀਨ 'ਤੇ ਬੈਠੀਆਂ ਆ। ਇਹ ਮੈਨੂੰ ਚੰਗਾ ਨਹੀਂ ਲੱਗਾ। ਅਸੀਂ ਘੱਟੋ ਘੱਟ ਬੇਸ਼ੱਕ ਬਰਾਬਰੀ ਬਹੁਤ ਹੈਗੀ ਆ, ਔਰਤਾਂ ਘੱਟ ਨਹੀਂ ਹੈਗੀਆਂ ਕਿਸੇ ਗੱਲੋਂ, ਪੜ੍ਹਦੀਆਂ ਵੀ ਸਭ ਕੁਛ ਕਰਦੀਆਂ ਨੇ, ਪਰ ਜਿਹੜਾ ਸੰਕੇਤ ਅਸੀਂ ਦੇਣਾ ਹੁੰਦਾ ਨਾ ਉਹ ਵਧੀਆ ਦੇ ਸਕਦੇ ਹਾਂ। ਅਸੀਂ ਇੱਥੋਂ ਹੀ ਜੱਜ ਕਰਨਾ ਹੁੰਦਾ ਕਿ ਅਸੀਂ ਕਿੰਨਾ ਕੁ ਕਰਦੇ ਹਾਂ। ਬਾਕੀ ਹਰੇਕ ਜਗ੍ਹਾ 'ਤੇ ਜਿਹੜੀਆਂ ਔਰਤਾਂ ਉਹਨਾਂ ਨੂੰ ਵੀ ਬਰਾਬਰ ਨੁਮਾਇੰਦਗੀ ਜਿਹੜੀ ਆ ਉਹ ਦੇਣੀ ਚਾਹੀਦੀ ਆ, ਉਹਨਾਂ ਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਆ। ਕੋਈ ਵਧੀਆ ਬੁਲਾਰਾ ਆ ਜਾਂ ਨਹੀਂ ਇਹ ਗੱਲ ਮਾਇਨੇ ਨਹੀਂ ਰੱਖਦੀ, ਤੁਹਾਡੇ ਵਿਚਾਰ ਕਿਹੋ ਜਿਹੇ ਆ, ਤੁਹਾਡੀ ਸੋਚ ਕਿਹੋ ਜਿਹੀ ਆ, ਇਹ ਚੀਜ਼ ਜਿਹੜੀ ਜ਼ਿਆਦਾ ਮਾਇਨੇ ਰੱਖਦੀ ਆ। ਮੈਨੂੰ ਪਤਾ ਕਿ ਜਿਹੜੀਆਂ ਮੇਰੀਆਂ ਭੈਣਾਂ ਇੱਧਰ ਬੈਠੀਆਂ ਮੇਰੇ ਨਾਲੋਂ ਵਧੀਆ ਵਿਚਾਰ ਰੱਖਦੀਆਂ ਆ, ਵਧੀਆ ਦੱਸ ਸਕਦੀਆਂ, ਪਰ ਚਲੋ ਨਹੀਂ ਆਈਆਂ ਬੋਲਣ ਦੇ ਲਈ, ਉਹਨਾਂ ਦੇ ਵੱਲੋਂ ਮੈਂ ਆਈ ਹਾਂ। ਅਤੇ ਥੋੜ੍ਹੀਆਂ ਜਿਹੀਆਂ ਗੱਲਾਂ ਜਿਹੜੀਆਂ ਮੈਂ ਕਹਿਣਾ ਚਾਹੁੰਦੀ ਤੁਹਾਨੂੰ, ਇੱਕ ਤਾਂ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਕਿਹਾ ਸੀ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ। ਉਸੇ ਲਈ ਸਾਨੂੰ ਕੀ ਕਰਨਾ ਚਾਹੀਦਾ, ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਆ, ਉਹਨਾਂ ਦੀ ਪੜ੍ਹਾਈ 'ਤੇ ਵੱਧ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਆ, ਤਾਂ ਜੋ ਕੱਲ੍ਹ ਨੂੰ ਉਹ ਗਿਆਨ ਪ੍ਰਾਪਤ ਕਰਕੇ ਜ਼ਿੰਦਗੀ ਵਿੱਚ ਕੁਛ ਬਣ ਸਕਣ, ਆਪਣੇ ਹਾਲਾਤਾਂ ਬਾਰੇ ਜਾਣੂ ਹੋ ਸਕਣ। ਜੇ ਉਹਨਾਂ ਨੂੰ ਲੱਗੇ ਕਿ ਸਾਡੇ ਹਾਲਾਤ ਵਧੀਆ ਨਹੀਂ ਹੈਗੇ ਤਾਂ ਅਸੀਂ ਉਹਨਾਂ ਵਿੱਚੋਂ ਕਿਸ ਤਰ੍ਹਾਂ ਨਿਕਲਣਾ ਆ ਅਤੇ ਕਿਸ ਤਰ੍ਹਾਂ ਅਸੀਂ ਕੁਛ ਬਣਨਾ ਆ। ਦੂਸਰੀ ਗੱਲ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਲ ਮਿਲ ਕੇ ਚੱਲਣਾ ਚਾਹੀਦਾ। ਕੋਈ ਵੀ ਜਿਹੜਾ ਕੰਮ ਉਹ ਰਲ ਮਿਲ ਕੇ ਕਰਨਾ ਚਾਹੀਦਾ ਆ। ਸਾਡੇ ਪਿੰਡ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਆ, ਚੰਗਾ ਕੰਮ ਕਰ ਰਹੀਆਂ। ਜਿਸ ਤਰ੍ਹਾਂ ਜਿਮ ਵੀ ਖੋਲ੍ਹਿਆ ਗਿਆ ਆ, ਜਿੱਦਾਂ ਬੱਚੇ ਜਿਹੜੇ ਆ ਉਹ ਨਸ਼ੇ ਵਰਗੀਆਂ ਕੁਰੀਤੀਆਂ 'ਚ ਫਸੇ ਹੋਏ ਆ, ਉੱਧਰੋਂ ਕੱਢਣ ਦੇ ਲਈ ਉਹਨਾਂ ਨੂੰ ਜਾਂ ਬੱਚਿਆਂ ਨੂੰ ਚੰਗੇ ਪਾਸੇ ਲਾਉਣ ਦੇ ਲਈ ਇੱਕ ਕਾਫੀ ਦੇਰ ਤੋਂ ਮੇਰੇ ਮਨ 'ਚ ਵਿਚਾਰ ਚੱਲ ਰਿਹਾ ਸੀ ਕਿ ਕਿਉਂ ਨਹੀਂ ਸਾਡੇ ਪਿੰਡ ਵਿੱਚ ਇੱਕ ਛੋਟੀ ਜਿਹੀ ਲਾਇਬ੍ਰੇਰੀ ਵੀ ਬਣਾਈ ਜਾਂਦੀ, ਜਿੱਥੇ ਬੈਠ ਕੇ ਬੱਚੇ ਪੁਸਤਕਾਂ ਪੜ੍ਹ ਸਕਣ ਜਾਂ ਗਿਆਨ ਜਿਹੜਾ ਆ ਉਹ ਹਾਸਲ ਕਰ ਸਕਣ। ਜਿਹੜਾ ਪੜ੍ਹਾਈ ਜਿਹੜੀ ਕਦੀ ਵੀ ਖਤਮ ਨਹੀਂ ਹੁੰਦੀ, ਇਨਸਾਨ ਸਾਰੀ ਜ਼ਿੰਦਗੀ ਪੜ੍ਹਦਾ ਰਹਿ ਸਕਦਾ ਅਤੇ ਆਪਣਾ ਗਿਆਨ ਦੇ ਵਿੱਚ ਜਿਹੜਾ ਉਹ ਵਾਧਾ ਕਰ ਸਕਦਾ ਆ। ਬਾਕੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਨੇਕੀ ਦੀ ਦੀਵਾਰ ਬਣਾਈ ਗਈ ਆ, ਸਾਡੇ ਘਰ 'ਚ ਜਿੰਨੀਆਂ ਵੀ ਲੋੜਵੰਦ ਆਪਣੇ ਜਿਹੜੀਆਂ ਚੀਜ਼ਾਂ ਲੋੜ ਦੀਆਂ ਨਹੀਂ ਹੁੰਦੀਆਂ, ਫਾਲਤੂ ਹੁੰਦੀਆਂ ਆ, ਉਹ ਉੱਥੇ ਰੱਖੀਆਂ ਜਾਂਦੀਆਂ, ਜਿੱਥੋਂ ਕੋਈ ਵੀ ਲੋੜਵੰਦ ਵਿਅਕਤੀ ਜਿਹੜਾ ਆ ਉਹ ਉੱਥੋਂ ਆ ਕੇ ਲੈ ਸਕਦਾ ਆ। ਚੰਗਾ ਹੋਵੇ ਜੇ ਸਾਡੇ ਪਿੰਡ ਵਿੱਚ ਵੀ ਇਹ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇ। ਬਾਕੀ ਜ਼ਿਆਦਾ ਕੁਛ ਤਾਂ ਮੈਂ ਨਹੀਂ ਬੋਲ ਸਕਦੀ, ਪਹਿਲੀ ਵਾਰ ਮੇਰਾ ਬੋਲਣ ਦਾ ਅਨੁਭਵ ਸੀਗਾ। ਜੇ ਕੁਛ ਗਲਤ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਮੈਂ ਤੁਹਾਡੀ ਸਾਰਿਆਂ ਤੋਂ ਖਿਮਾ ਚਾਹੁੰਦੀ ਹਾਂ। ਧੰਨਵਾਦ। ਆਪਣੇ ਅਧਿਕਾਰਾਂ ਦੀ ਗੱਲ, ਆਪਣੇ ਰਹਿਨੁਮਾਵਾਂ ਨੂੰ ਯਾਦ ਕਰਨ ਦੀ ਗੱਲ ਕਰ ਰਹੇ ਹਾਂ ਔਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੈਲਫੇਅਰ ਸੁਸਾਇਟੀ ਪਿੰਡ ਕੰਦੋਲਾ ਕਲਾਂ ਵੱਲੋਂ ਇੱਕ ਉਪਰਾਲਾ ਕਰਕੇ ਸਾਰੇ ਸ਼ਹਿਰ ਦੇ ਪਤਵੰਤੇ ਔਰ ਸਾਰੇ ਸ਼ਹਿਰ ਦੇ ਇੱਕ ਜਾਤ ਪਾਤ ਤੋਂ ਉੱਪਰ ਉੱਠ ਕੇ ਜਿਸ ਤਰੀਕੇ ਨਾਲ ਗੱਲ ਦੱਸੀ ਜਾ ਰਹੀ ਹੈ ਉਸ ਗੱਲ ਦੀ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ। ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਜਿਨ੍ਹਾਂ ਵਗਲਾਂ ਦੇ ਵਿੱਚ ਅਸੀਂ ਬਲ ਕੇ ਰੱਖ ਲਿਆ ਔਰ ਬੜਾ ਦੁੱਖ ਹੁੰਦਾ ਜਦੋਂ ਅਸੀਂ ਉਹਨੂੰ ਸਿਰਫ ਰਾਜਨੀਤਿਕ ਤੌਰ 'ਤੇ ਉਹਨਾਂ ਨੂੰ ਸਮਝਦੇ ਹਾਂ ਔਰ ਜਦੋਂ ਅਸੀਂ ਉਹਨਾਂ ਨੂੰ ਸਿਰਫ ਵੋਟਾਂ ਲਈ ਵਰਤਦੇ ਹਾਂ ਉਹਨਾਂ ਦਾ ਨਾਮ, ਜਾਂ ਅਸੀਂ ਸਿਰਫ ਇਹ ਵਰਤਦੇ ਹਾਂ ਕਿ ਉਹ ਛੂਤਾਂ ਦੇ ਮਸੀਹਾ ਸੀਗੇ। ਅਜਿਹਾ ਨਹੀਂ ਹੈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਡੇ ਭਾਰਤ ਦੇਸ਼ ਦੇ ਸਮੁੱਚੇ ਦੇਸ਼ ਦੇ ਉਹ ਮਹਾਨ ਲੀਡਰ ਸੀ ਜਿਨ੍ਹਾਂ ਨੇ ਦੱਬੇ ਕੁਚਲੇ ਲੋਕਾਂ ਦੀ, ਆਮ ਕਿਰਤੀਆਂ ਕਿਸਾਨਾਂ ਦੀ ਗੱਲ ਔਰ ਆਮ ਲੋਕਾਂ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਆ ਔਰ ਉਹਨੂੰ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਉਹਨਾਂ ਨੇ ਲੈ ਕੇ ਆਂਦਾ। ਜੇ ਉਹਨਾਂ ਦੇ ਅਸੀਂ ਜਨਮ ਦੀ ਗੱਲ ਕਰੀਏ, ਆਓ ਆਪਾਂ ਇੱਕ ਕਲਪਨਾ ਕਰਕੇ ਦੇਖਦੇ ਹਾਂ। ਇੱਕ ਕਲਪਨਾ ਕਰਕੇ ਦੇਖਦੇ ਹਾਂ ਜਿਸ ਤਰੀਕੇ ਨਾਲ ਮਾਸਟਰ ਜੀ ਹੁਣੀ ਪਹਿਲਾਂ ਦੱਸ ਕੇ ਗਏ ਸੀ, ਤੁਸੀਂ ਵਧਾਈ ਦੇ ਸਾਰੇ ਪਾਤਰ ਹੋ ਕਿਉਂਕਿ ਤੁਸੀਂ ਬਹੁਤ ਵਧੀਆ ਬੁਲਾਰੇ ਪੈਦਾ ਕੀਤੇ ਆ। ਭੈਣ ਜੀ ਹੁਣੀ ਭਾਵੇਂ ਪਹਿਲੀ ਵਾਰ ਗੱਲ ਸਾਡੇ ਸਾਹਮਣੇ ਕਹਿ ਕੇ ਗਏ ਆ, ਪਰ ਮੈਨੂੰ ਬੜੀ ਖੁਸ਼ੀ ਹੋਈ ਆ ਔਰ ਮਾਸਟਰ ਜੀ ਹੁਣੀ ਲੱਗੇ ਹੋਏ ਆ, ਤੁਹਾਡੀ ਸਾਰੀ ਟੀਮ, ਇੱਥੋਂ ਦੇ ਸਰਪੰਚ ਸਾਹਿਬ, ਮਾਨਯੋਗ ਚੇਅਰਮੈਨ ਸਾਹਿਬ ਜਿਹੜੇ ਗਾਗਰ ਵਿੱਚ ਸਾਗਰ ਭਰ ਕੇ ਗਏ, ਕਿਉਂਕਿ ਅਸੀਂ ਵਿਚਾਰਾ ਕਰਾਂਗੇ। ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਲੈ ਕੇ ਦਿੱਤੀ ਹੈ ਔਰ ਇੱਕ ਦਾਇਰੇ ਦੇ ਅੰਦਰ ਰਹਿ ਕੇ, ਇੱਕ ਕਾਨੂੰਨ ਦੇ ਅੰਦਰ ਰਹਿ ਕੇ, ਇੱਕ ਸਮਾਜਿਕ ਮਾਨ ਮਰਿਆਦਾਵਾਂ ਦੇ ਅੰਦਰ ਰਹਿ ਕੇ ਜਿਹੜੀ ਅਸੀਂ ਗੱਲ ਕਰਦੇ ਹਾਂ ਉਹ ਹਮੇਸ਼ਾ ਪ੍ਰਵਾਨ ਚੜ੍ਹਦੇ ਨੇ। ਡਾਕਟਰ ਅੰਬੇਡਕਰ ਸਾਹਿਬ ਦੇ ਜਨਮ ਦੀ ਗੱਲ ਕਰਦੇ ਹਾਂ। ਇੱਕ ਆਪਾਂ ਕਲਪਨਾ ਕਰੀਏ, ਮਾਸਟਰ ਜੀ ਨੇ ਦੱਸ ਕੇ ਗਏ ਆ ਕਿਉਂਕਿ ਬਹੁਤ ਜ਼ਿਆਦਾ ਗੱਲਾਂ ਤੁਹਾਡੇ ਪਿੰਡ ਵਾਸੀਆਂ ਨੂੰ ਪਤਾ ਆ। ਮਾਸਟਰ ਜੀ ਨੇ ਦੱਸ ਕੇ ਗਏ ਆ ਵੀ ਇੱਕ ਸੂਬੇਦਾਰ ਰਾਮ ਜੀ ਦਾ ਪਰਿਵਾਰ, ਮਿਲਟਰੀ ਦੇ ਵਿੱਚ ਨੌਕਰੀ ਕਰਦਾ ਸੂਬੇਦਾਰ ਪਰਿਵਾਰ, ਉਹਨਾਂ ਦੇ ਪਰਿਵਾਰ ਨੂੰ ਕਿੱਦਾਂ ਛੂਆ-ਛਾਤ ਸਹਿਣੀ ਪਈ। ਇੱਕ ਬੱਚਾ ਜਿਹੜਾ ਆ ਉਹਨਾਂ ਦੇ ਘਰ ਪੈਦਾ ਹੋ ਰਿਹਾ, ਬੱਚਾ 14ਵਾਂ ਹੋਵੇ ਕਿ ਕਲਪਨਾ ਕਰੋ ਕਿਸੇ ਨੀਵੀਂ ਜਾਤ ਦੇ ਵਿੱਚ ਇੱਕ ਆਪਣੇ ਮਾਂ-ਬਾਪ ਦੇ ਘਰ 14ਵਾਂ ਬੱਚਾ ਜਨਮ ਲੈ ਲਵੇ। ਗੱਲ ਥੋੜਾ ਧਿਆਨ ਦੇਣ ਵਾਲੀ ਆ।
13 ਬੱਚੇ ਪਹਿਲਾਂ, ਹੁਣ 14ਵਾਂ ਇੱਕ ਬੱਚਾ ਹੋਰ ਆ ਜਾਵੇ ਤੇ ਜਦੋਂ ਉਹਦਾ ਜੋਤਿਸ਼ ਲਵਾਇਆ ਜਾਵੇ, ਕਿਉਂਕਿ ਉਸ ਵੇਲੇ ਥੋੜਾ ਜ਼ਿਆਦਾ ਬੋਲਬਾਲਾ ਸੀ ਪੰਡਤਾਂ ਦਾ, ਜੋਤਸ਼ੀਆਂ ਦਾ। ਹੁਣ ਤਾਂ ਲੋਕ ਥੋੜਾ ਸੁਲਝ ਗਏ ਆ। ਤੇ ਔਰ ਜੋਤਸ਼ੀ ਜੀ ਆ ਕੇ ਪੰਡਤ ਜੀ ਮਹਾਰਾਜ ਆਉਣ, ਉਹ ਆ ਕੇ ਕਹਿ ਦੇਣ ਵੀ ਇਹ ਤਾਂ ਜੀ ਜਦੋਂ ਇਹ ਜਨਮਿਆ ਉਦੋਂ ਤਾਂ ਮਾੜੇ ਗ੍ਰਹਿ ਚੱਲਦੇ ਸੀਗੇ, ਵੀ ਇਹਦਾ ਬੱਚਾ ਵੱਡਾ ਹੋ ਕੇ ਤੁਹਾਡੇ ਕੁੱਲ ਨੂੰ ਦਾਗ ਲਾਊਗਾ, ਇਹ ਨਾ ਇਹ ਘਰਦਿਆਂ ਲਈ ਸੁਖੀ ਰਹਿਣ ਦਊਗਾ ਨਾ ਆਲੇ ਦੁਆਲੇ ਨੂੰ, ਔਰ ਇਹਦੀ ਮਾਂ ਵੀ ਜਲਦੀ ਮਰ ਜਾਊਗੀ। ਇਹਦਾ ਬੱਚਾ ਇੰਨਾ ਮਨਹੂਸ ਆ। ਤਾਂ ਕਿ ਕਲਪਨਾ ਕਰਕੇ ਦੇਖੋ, ਇੱਕ ਆਪਣੇ ਦਿਮਾਗ 'ਚ ਵਿਚਾਰ ਲੈ ਕੇ ਦੇਖੋ ਵੀ ਉਸ ਬੱਚਾ ਕਿੱਦਾਂ ਦੁਰਕਾਰਿਆ ਗਿਆ ਹੋਊਗਾ। ਤੇ ਜਾਣਦੇ ਹੋ ਬੱਚਾ ਕੌਣ ਸੀ? ਉਹ ਡਾਕਟਰ ਅੰਬੇਡਕਰ ਸੀ। 14ਵਾਂ ਬੱਚਾ ਸੀ ਡਾਕਟਰ ਅੰਬੇਡਕਰ ਆਪਣੇ ਮਾਂ-ਬਾਪ, ਔਰ ਜਨਮ ਸਮੇਂ ਨੂੰ ਦੁਰਕਾਰ ਦਿੱਤਾ ਗਿਆ। 14ਵਾਂ ਬੱਚਾ ਤਾਂ ਪਹਿਲੇ ਸੀ। ਪਹਿਲਾਂ ਘਰ ਦੇ ਕੀ ਹਾਲਾਤ ਹੋਣਗੇ ਕਿ ਨੀਵੀਂ ਜਾਤ ਹੋਵੇ। ਔਰ ਜਦੋਂ ਡਾਕਟਰ ਅੰਬੇਡਕਰ ਸਾਹਿਬ ਪੜ੍ਹਨ ਦੇ ਲਈ ਸਕੂਲ ਵਿੱਚ ਜਾਂਦੇ ਆ, ਔਰ ਉਹਨਾਂ ਨੂੰ ਕਲਾਸ ਦੇ ਵਿੱਚ ਛੂਆ-ਛਾਤ ਕਾਰਨ, ਕਿਉਂਕਿ ਮਹਾਰ ਜਾਤੀ ਸੀ, ਨੀਵੀਂ ਜਾਤੀ, ਉੱਚ ਜਾਤੀ ਬੱਚੇ ਪੜ੍ਹਦੇ ਸੀ, ਕਹਿੰਦੇ ਬਾਹਰ ਬੈਠਣਾ ਕਲਾਸ ਤੋਂ, ਦਰਵਾਜ਼ੇ ਦੇ ਕੋਲ ਨਹੀਂ ਬੈਠਣਾ, ਤਾਕੀ ਵਾਲੇ ਪਾਸੇ ਬੈਠਣੀ। ਹੁਣ ਜਿਹੜਾ ਬਾਲ ਆ, ਤਾਕੀ ਉੱਚੀ ਹੋ ਗਈ, ਉਹ ਚਾਹੇ ਖੜ ਕੇ ਐਜੂਕੇਸ਼ਨ ਗ੍ਰਹਿਣ ਕਰੂਗਾ, ਜੇ ਬੈਠ ਕੇ ਕਰੂਗਾ ਤਾਂ ਕੀ ਕਰੂਗਾ। ਔਰ ਘੜੇ ਵਿੱਚੋਂ ਪਾਣੀ ਪੀਣ ਤੱਕ ਦਾ ਉਹਨਾਂ ਨੂੰ ਜਿਹੜਾ ਸੀ ਉੱਥੋਂ ਆਗਿਆ ਨਹੀਂ ਸੀ, ਔਰ ਪਾਣੀ ਉੱਪਰੋਂ ਪਿਲਾਇਆ ਜਾਂਦਾ ਸੀ। ਤੇ ਉਹਨਾਂ ਦੇ ਇਤਿਹਾਸ ਦੇ ਵਿੱਚ ਲਿਖਿਆ ਆਉਂਦਾ ਕਿ ਇੱਕ ਵਾਰ ਉਹ ਸਕੂਲੋਂ ਆ ਰਹੇ ਸੀ ਤਾਂ ਬੜੇ ਜ਼ੋਰ ਦੀ ਬਾਰਿਸ਼ ਹੋਈ। ਉਹ ਕਿਸੇ ਘਰ ਦੇ ਅੱਗੇ ਵੀ ਸਹਾਰਾ ਲੈ ਲਿਆ। ਉਹ ਜਦੋਂ ਘਰ ਦੇ ਮੈਂਬਰ ਔਰਤ ਨੂੰ ਪਤਾ ਲੱਗਿਆ ਤਾਂ ਉਹਨੂੰ ਪਾਸੇ ਕੀਤਾ ਗਿਆ ਕਿ ਤੂੰ ਤਾਂ ਨੀਵੀਂ ਜਾਤ ਦਾ, ਸਾਈ ਤਾਂ ਭਿੱਟ ਹੋ ਜਾਵਾਂਗੇ। ਔਰ ਜਿਹੜੀਆਂ ਇੱਦਾਂ ਦੀਆਂ, ਜੇ ਜਿੱਦਾਂ ਮਾਸਟਰ ਜੀ ਨੂੰ ਦੱਸ ਕੇ ਗਏ ਆ, ਇੱਕ ਪਰਿਵਾਰ ਜਿਹੜਾ ਨੌਕਰੀ ਕਰਦਾ, ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ, ਔਰ ਸਰਵਿਸ ਕਰਦੇ ਜਿਹੜੇ ਲੋਕ, ਜਿਹੜੇ ਪੜ੍ਹੇ ਲਿਖੇ ਕੁਝ ਲੋਕ ਸੀਗੇ, ਉਹਨਾਂ ਨਾਲ ਵੀ ਇਹੋ ਜਿਹਾ ਹੁੰਦਾ ਸੀ। ਤਾਂ ਜਿਹੜੇ ਅਨਪੜ੍ਹ ਹੋਣਗੇ, ਬਿਲਕੁਲ ਹੇਠਲੇ ਲੈਵਲ ਤੇ ਬੈਠੇ, ਹੇਠਲੇ ਪੱਧਰ ਤੇ ਬੈਠੇ, ਉਹਨਾਂ ਦਾ ਕੀ ਹਾਲ ਹੋਊਗਾ। ਇਹ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ। ਔਰ ਅੱਗੇ ਵਧਦੇ ਆ, ਕਿਉਂਕਿ ਅਸੀਂ ਕਈ ਵਾਰ ਮਿਹਨਤ ਮਜ਼ਦੂਰੀ ਕਰਨ ਤੋਂ ਜਿਹੜਾ ਅਸੀਂ ਕਤਰਾਉਂਦੇ ਆ। ਔਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਭੇਡਾਂ ਵੀ ਚਾਰੀਆਂ ਔਰ ਲੱਕੜੀਆਂ ਵੀ ਚੀਰੀਆਂ। ਉਹਨਾਂ ਨੇ ਮਾਲੀ ਵਜੋਂ ਬਾਗ ਬਗੀਚਿਆਂ ਦੇ ਵਿੱਚ ਕੰਮ ਵੀ ਕੀਤਾ। ਤਾਂ ਸਾਰਾ ਇਤਿਹਾਸ ਕੱਢ ਕੇ ਪੜ੍ਹ ਕੇ ਦੇਖਿਓ। ਔਰ ਉਹਨਾਂ ਨੇ ਜਿੱਦਾਂ ਸਮਾਂ ਮਿਲਦਾ ਰਿਹਾ, ਜਿੱਦਾਂ ਉਹਨਾਂ ਨੂੰ ਸਮਾਂ ਮਿਲਦਾ ਰਿਹਾ, ਉਹਨਾਂ ਨੇ ਇੱਕ ਤੱਕ ਲਿਆ ਵੀ, ਇੱਕ ਲਾ ਲਿਆ ਵੀ ਨਿਸ਼ਾਨਾ ਮਿੱਥ ਲਿਆ, ਕਿਉਂਕਿ ਨਿਸ਼ਾਨੇ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਸਾਡਾ ਜ਼ਿੰਦਗੀ ਦਾ ਕੋਈ ਨਾ ਕੋਈ ਮਿਸ਼ਨ ਹੋਣਾ ਚਾਹੀਦਾ ਕਿ ਅਸੀਂ ਇਸ ਨਿਸ਼ਾਨੇ ਤੇ ਅਸੀਂ ਪਹੁੰਚਣਾ। ਔਰ ਉਹਨਾਂ ਨੇ ਅਹਿਸਾਸ ਕਰ ਲਿਆ ਵੀ ਜਿਹੜੀ ਇਹ ਛੂਆ-ਛਾਤ ਹੈ, ਜਿਹੜੀ ਇਹ ਗੁਲਾਮੀ ਹੈ, ਦੱਬੇ ਕੁਚਲੇ ਲੋਕਾਂ ਦੇ, ਚੰਦ ਲੋਕਾਂ ਵੱਲੋਂ ਠੋਸੀ ਹੋਈ, ਜਿਹੜੀ ਇੱਕ ਵਰਣ ਵਿਵਸਥਾ ਬਣਾਤੀ, ਜਾਤੀ ਵਿਵਸਥਾ ਬਣਾਤੀ, ਤੇ ਮੈਂ ਇਹਨੂੰ ਖਤਮ ਕਰਨਾ। ਇਹ ਖਤਮ ਕਰਨਾ, ਜੇ ਉਹ ਕਿਸੇ ਨਾਲ ਲੜਦੇ, ਕੇਸਾਂ ਵਿੱਚ ਉਲਝ ਜਾਂਦੇ, ਜੇਲ੍ਹਾਂ ਵਿੱਚ ਚਲੇ ਜਾਂਦੇ, ਉਹਨਾਂ ਨੇ ਮਨ ਮਾਰ ਲਿਆ ਵੀ ਇਸ ਗੁੱਸੇ ਨੂੰ, ਇਸ ਵਿਰੋਧ ਨੂੰ ਆਪਣੇ ਅੰਦਰ ਪਾਲਣਾ। ਔਰ ਉਹਨਾਂ ਨੇ ਆਪਣੇ ਅੰਦਰ ਪਾਲਿਆ, ਔਰ ਉਹਨੇ ਲਗਾਤਾਰ ਪੜ੍ਹਾਈ ਕੀਤੀ। ਔਰ ਜਿਹੜਾ ਬੱਚਾ ਜਨਮ ਸਮੇਂ ਦੁਰਕਾਰਿਆ ਗਿਆ ਸੀ, ਜਿਹਨੂੰ ਸਕੂਲ ਦੇ ਵਿੱਚ ਪੜ੍ਹਨ ਦੀ ਇਜਾਜ਼ਤ ਨਹੀਂ ਸੀ, ਜਿਹਨੂੰ ਸੰਸਕ੍ਰਿਤ ਨਹੀਂ ਪੜ੍ਹਨ ਦਿੱਤੀ ਗਈ ਉੱਚ ਜਾਤੀ ਮਾਸਟਰਾਂ ਵੱਲੋਂ, ਕਹਿੰਦੇ ਤਾਂ ਸਵਰਨਾਂ ਦਾ ਹੱਕ ਹੈ, ਇਹ ਸ਼ੂਦਰ ਕਿਉਂ ਪੜ੍ਹੂਗਾ ਸੰਸਕ੍ਰਿਤ ਵੀ? ਸੰਸਕ੍ਰਿਤ ਨਹੀਂ ਪੜ੍ਹਨ ਦਿੱਤੀ ਗਈ ਸੀ। ਉਹ ਦੁਨੀਆ ਦਾ ਮਹਾਨ ਵਿਦਵਾਨ ਬਣਿਆ, 9 ਭਾਸ਼ਾਵਾਂ ਦਾ ਗਿਆਤਾ ਬਣਿਆ। ਉਸ ਮਹਾਨ ਰਹਿਬਰ ਨੇ 32 ਡਿਗਰੀਆਂ ਹਾਸਲ ਕੀਤੀਆਂ। ਜਿਹੜੀ ਉਹਦੀ ਲਾਇਬ੍ਰੇਰੀ ਸੀ, ਆਪਣੀ ਘਰ ਦੀ ਲਾਇਬ੍ਰੇਰੀ, ਘਰ ਦੇ ਵਿੱਚ ਨਿੱਜੀ ਲਾਇਬ੍ਰੇਰੀ, ਉਹਦੇ ਵਿੱਚ 60,000 ਕਿਤਾਬਾਂ ਸੀਗੀਆਂ। ਔਰ ਦੁਨੀਆ ਭਰ ਦੀ ਕੋਈ ਕਿਤਾਬ ਨਹੀਂ ਹੋਊਗੀ ਜਿਹੜੀ ਉਹਨਾਂ ਦੀ ਲਾਇਬ੍ਰੇਰੀ ਵਿੱਚ ਨਾ ਹੋਵੇ। ਔਰ ਜਦੋਂ ਉਹਨਾਂ ਦੀ ਜਿਹੜੀ ਉਹਨਾਂ ਦੀ ਲਾਇਬ੍ਰੇਰੀ ਸੀ, ਉਹਦੇ ਬਾਰੇ ਵਿਦਵਾਨ ਲਿਖਦੇ ਆ ਕਿ ਜਿਹੜੀ ਉਹ ਪੁਸਤਕ ਨੂੰ ਹੱਥ ਪਾਉਂਦੇ ਸੀ, ਦੇਖਦੇ ਸੀਗੇ ਵੀ ਵਾਕਿਆ ਪੜ੍ਹੀ ਹੋਆ, ਤਾਂ ਉਹ ਹਾਸ਼ੀਏ ਦੇ ਵਿੱਚ ਕੁਛ ਨਾ ਕੁਛ ਨੋਟ ਲਿਖਿਆ ਹੁੰਦਾ ਸੀ ਜਾਂ ਅੰਡਰਲਾਈਨ ਕੀਤਾ ਹੁੰਦਾ ਸੀ, ਕਿਉਂਕਿ ਡਾਕਟਰ ਅੰਬੇਡਕਰ ਸਾਹਿਬ ਨੇ ਸਾਰੀਆਂ ਕਿਤਾਬਾਂ ਪੜ੍ਹੀਆਂ ਸੀ। ਇਸ ਕਰਕੇ ਕਦੀ ਕੋਈ ਸੋਚ ਨਹੀਂ ਸਕਦਾ ਸੀ ਕਿ ਇਹਨਾਂ ਲੋਕਾਂ ਦੇ ਵਿੱਚੋਂ ਐਡਾ ਬੜਾ ਮਹਾਨ ਰਹਿਬਰ ਪੈਦਾ ਹੋ ਜੂ, ਜਿਹੜਾ ਦੁਨੀਆ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਇਨਸਾਨ ਹੋਊਗਾ। ਔਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਦੋਂ ਮੈਰਿਜ ਹੋਈ, ਉਹਨਾਂ ਦੀ ਜਦੋਂ ਮੈਰਿਜ ਹੋਈ ਰਾਮਾਬਾਈ ਦੀ, ਕਈ ਲੋਕ ਇਸ ਗੱਲ ਨੂੰ ਬੜੇ ਮਜ਼ਾਕ ਦੇ ਨਾਲ ਲੈਂਦੇ ਆ। ਉਹਨਾਂ ਨੂੰ ਸਿਰਫ ਦਾਜ ਦੇ ਵਿੱਚ ਕੀ ਮਿਲਿਆ ਸੀ? ਇੱਕ ਪਿੱਤਲ ਦੀ ਬਾਟੀ ਦਾਜ ਵਿੱਚ ਮਿਲੀ ਸੀ, ਔਰ ਡਾਕਟਰ ਅੰਬੇਡਕਰ ਸਾਹਿਬ ਨੂੰ ਸੰਭਾਲ ਕੇ ਰੱਖਦੇ ਰਹੇ ਕਿ ਮੈਨੂੰ ਮੇਰੇ ਵਿਆਹ ਦੇ ਸਮੇਂ ਦਾਜ ਵਿੱਚ ਮਿਲੀ ਹੈ। ਹੁਣ ਤਾਂ ਗੱਲਾਂ ਹੋਰ ਤਰ੍ਹਾਂ ਦੀਆਂ ਹੋ ਗਈਆਂ। ਔਰ ਜਿਹੜੀ ਬੀਬੀ ਰਾਮਾਬਾਈ ਸੀ, ਉਹਨਾਂ ਦੀ ਪਤਨੀ, ਉਸਨੇ 5 ਬੱਚਿਆਂ ਨੂੰ ਜਨਮ ਦਿੱਤਾ। ਇੱਕ ਲੜਕੀ ਸੀ, 4 ਲੜਕੇ। ਉਹਨਾਂ ਦੇ ਵਿੱਚੋਂ ਇੱਕੋ ਹੀ ਬਚਿਆ, ਜਸਵੰਤ ਰਾਓ ਬਚਿਆ। ਬਾਕੀ ਚੌਹਾਂ ਦੀ ਜਿਹੜੀ ਮੌਤ ਸੀ, ਉਹ ਦਵਾਈ ਨਹੀਂ ਪੂਰੇ ਟਾਈਮ ਸਿਰ ਦੇ ਹੋਈ, ਬਿਮਾਰ ਹੋ ਗਿਆ, ਧਿਆਨ ਨਹੀਂ ਰਿਹਾ ਬੱਚਿਆਂ ਵੱਲ। ਉਹ 4 ਬੱਚੇ ਡਾਕਟਰ ਅੰਬੇਡਕਰ ਸਾਹਿਬ ਦੇ ਸੰਘਰਸ਼ ਦੇ ਵਿੱਚ ਗਏ। ਇੱਕ ਉਹਨਾਂ ਦਾ ਬੱਚਾ ਸੀ, ਜਦੋਂ ਦੀ ਮੌਤ ਹੋਈ, ਡਾਕਟਰ ਅੰਬੇਡਕਰ ਸਾਹਿਬ ਖੁਦ ਪੜ੍ਹਦੇ ਰਹੇ ਸਮਾਜ ਦੀ ਖਾਤਰ, ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕੇ, ਔਰ ਘਰਾਂ ਦੇ ਖਰਚੇ ਨਹੀਂ ਪੂਰੇ ਕਰ ਸਕੇ।
ਬਾਬਾ ਸਾਹਿਬ ਦੀ ਜਿਹੜੀ ਪਤਨੀ ਸੀ ਰਮਾਬਾਈ, ਜਿਹਨੂੰ ਉਹ ਰਾਮੂ ਕਿਹਾ ਕਰਦੇ ਸੀ, ਉਹ ਗੋਹੇ ਦੀਆਂ ਪਾਥੀਆਂ ਪੱਥ ਕੇ ਜਿਹੜਾ ਸੀ ਪੈਸਾ ਇਕੱਠਾ ਕਰਕੇ ਮਾੜਾ ਮੋਟਾ ਘਰ ਦਾ ਚਲਾਉਂਦੀ ਸੀ, ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਵੀ ਪੜ੍ਹਨ ਦੇ ਲਈ ਖਰਚਾ ਦਿੰਦੀ ਸੀ। ਔਰ ਜਦੋਂ ਉਹ ਮੌਤ ਹੋਈ ਬੱਚੇ ਦੀ, ਤਾਂ ਜਿਹੜਾ ਉਸ ਵੇਲੇ ਘਰ ਵਿੱਚ ਕੱਫਨ ਪਾਉਣ ਨੂੰ ਵੀ ਪੈਸੇ ਹੈ ਨਹੀਂ ਸੀ, ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਧਰਮ ਪਤਨੀ ਰਾਮਾਬਾਈ ਨੇ ਆਪਣੀ ਸਾੜੀ ਦੇ ਨਾਲੋਂ ਜਿਹੜਾ ਸੀ ਉਹ ਪੱਲਾ ਕੱਟ ਕੇ ਨਾਲੋਂ ਪਾੜ ਕੇ ਆਪਣੇ ਉਸ ਬੱਚੇ ਨੂੰ ਲਪੇਟ ਕੇ ਉਸ ਬੱਚੇ ਨੂੰ ਉਹ ਧਰਤੀ ਦੇ ਸਪੁਰਦ ਕੀਤਾ। ਆਪਾਂ ਕੀ ਸਮਝਦੇ ਹਾਂ, ਕਿਤੇ ਇਹ ਜਿਹੜਾ ਸੰਵਿਧਾਨ ਬਣ ਗਿਆ, ਜਿਹੜੇ ਸਾਨੂੰ ਹੱਕ ਮਾਣਦੇ ਅਸੀਂ, ਉਹ ਕਿਤੇ ਐਵੇਂ ਮਿਲ ਗਏ। ਔਰ ਬੜੀ ਵੱਡੀ ਉਹਨਾਂ ਨੇ ਘਟਨਾ ਕਾਲੀ। ਔਰ ਮੈਂ ਸਮਝਦਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ, ਉਹਨਾਂ ਦੀ ਮਹਾਨ ਵਿਚਾਰਧਾਰਾ ਨੂੰ, ਕਿਉਂਕਿ ਦੁਨੀਆ ਦੇ ਮੰਨੇ ਪ੍ਰਮੰਨੇ ਵਿਦਵਾਨ ਸੀਗੇ, ਮਹਾਨ ਕਾਨੂੰਨਦਾਨੀ ਸੀਗੇ, ਔਰ ਹਾਜ਼ਰ ਜਵਾਬ, ਔਰ ਉਹਨਾਂ ਦਾ ਜਿਹੜਾ ਉਹਨਾਂ ਦੀਆਂ ਦਲੀਲਾਂ ਦਾ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਸੀ। 1930, 31 ਅਤੇ 32 ਦੇ ਵਿੱਚ ਜਿਹੜੀਆਂ ਗੋਲਮੇਜ ਕਾਨਫਰੰਸਾਂ ਹੋਈਆਂ, ਸਾਈਮਨ ਕਮਿਸ਼ਨ ਭਾਰਤ ਦੇ ਵਿੱਚ ਆਇਆ, ਮੱਥਰ ਕਰਕੇ ਜਿਹੜਾ ਸੀ 1932 ਦਾ ਜਿਹੜਾ ਐਕਟ ਬਣਿਆ 1935 ਦਾ। ਔਰ ਇਹਦਾ ਐਕਟ ਦੇ ਵਿੱਚ ਜਿਹੜੀਆਂ ਸਾਨੂੰ ਸਹੂਲਤਾਂ ਮਿਲੀਆਂ, ਜਿਹੜਾ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ, ਉਹ ਸਾਰੀਆਂ ਸਹੂਲਤਾਂ ਉਹਦੇ ਵਿੱਚ ਆਈਆਂ। ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ, ਇੱਕ ਗੱਲ ਹੋਰ ਦੱਸਣੀ ਚਾਹੁੰਦਾ। ਜਦੋਂ ਗੋਲਮੇਜ ਕਾਨਫਰੰਸਾਂ ਦਾ ਦੌਰ ਚੱਲਦਾ ਸੀ, ਤਾਂ ਮਹਾਤਮਾ ਗਾਂਧੀ ਜੀ ਨੇ ਇੱਕ ਤਰੀਕਾ ਲਿਆ ਡਾਕਟਰ ਅੰਬੇਡਕਰ ਸਾਹਿਬ ਦੇ ਨਾਲ। ਉਹਨੇ ਕਿਹਾ ਕਿ ਡਾਕਟਰ ਅੰਬੇਡਕਰ ਨੂੰ ਇਸ ਅਸੈਂਬਲੀ ਦੇ ਅੰਦਰ ਬੋਲਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਕਿਉਂਕਿ ਦੇਸ਼ ਦਾ ਸਾਰੇ ਦੇਸ਼ ਦਾ ਨੁਮਾਇੰਦਾ ਮਿਲੇਗਾ। ਤਾਂ ਬਾਬਾ ਸਾਹਿਬ ਨੇ ਕਿਹਾ, ਮੈਂ ਉਹਨਾਂ ਲੋਕਾਂ ਦਾ ਨੁਮਾਇੰਦਾ ਹਾਂ ਜਿਨ੍ਹਾਂ ਦੇ ਕੋਲ ਘਰ ਬਣਾਉਣ ਨੂੰ ਅੱਜ ਵੀ ਜਗ੍ਹਾ ਹੈ ਨਹੀਂ, ਜਿਹੜੇ ਗੁਲਾਮਾਂ ਤੋਂ ਵੀ ਜਿਨ੍ਹਾਂ ਦੀ ਭੈੜੀ ਜ਼ਿੰਦਗੀ ਆ, ਔਰ ਜਿਨ੍ਹਾਂ ਦੇ ਮਾਨਵੀ ਅਧਿਕਾਰ ਸਦੀਆਂ ਤੋਂ ਖੋਏ ਹੋਏ ਆ, ਮੈਂ ਉਹਨਾਂ ਲੋਕਾਂ ਦਾ ਨੁਮਾਇੰਦਾ ਹਾਂ। ਤੇ ਇੱਥੇ ਇੱਕ ਬੜੀ ਹੋਰ ਘਟਨਾ ਘਟਦੀ ਹੈ। ਇੱਕ ਬਾਬੂ ਮੰਗੂਵਾਲੀਆ ਜੀ ਜਾਤੀ ਘਰਾਟੀਏ ਸੀਗੇ, ਬਹੁਤੇ ਲੋਕ ਜਾਣਦੇ ਹੋਣਗੇ। ਬਾਬੂ ਮੰਗੂਵਾਲੀਆ ਜੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਆ ਮੰਗੂਵਾ, ਉੱਥੋਂ ਦੇ ਸੀਗੇ। ਔਰ ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਵੀ ਲੜਾਈ ਲੜੀ, ਉਹਨਾਂ ਨੂੰ ਸਜ਼ਾ ਨਹੀਂ ਹੋਈ, ਜਾਤੀ ਘਰਾਟੀਏ ਸੀਗੇ। ਉਹਨਾਂ ਨੇ 1926 ਦੇ ਵਿੱਚ ਆਹ ਧਰਮ ਮੰਡਲ ਦੀ ਨੀਂਹ ਰੱਖੀ। ਜਿਸ ਵੇਲੇ ਡਾਕਟਰ ਅੰਬੇਡਕਰ ਸਾਹਿਬ ਨੂੰ ਦਰਕਿਨਾਰ ਕਰਨਾ ਚਾਹੁੰਦੇ ਸੀ ਮਹਾਤਮਾ ਗਾਂਧੀ ਗੋਲਮੇਜ ਕਾਨਫਰੰਸਾਂ ਵਿੱਚੋਂ, ਤਾਂ ਉਸ ਵੇਲੇ ਜਿਹੜੀ ਬ੍ਰਿਟਿਸ਼ ਸਰਕਾਰ ਸੀ ਉਸ ਵੇਲੇ, ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਦੇਖ ਕੇ ਲੋਕਾਂ ਨੂੰ ਪੁੱਛ ਰਹੇ ਨੇ ਕਿ ਤੁਹਾਡਾ ਨੁਮਾਇੰਦਾ ਕੌਣ ਹੈ। ਤਾਂ ਉਸ ਵੇਲੇ ਬਾਬੂ ਮੰਗੂਵਾਲੀਆ ਜੀ ਨੇ ਖਾਸ ਕਰਕੇ ਦੁਆਬੇ ਦੇ ਲੋਕਾਂ ਨੂੰ, ਉਹਨਾਂ ਨੇ ਜਿਹੜਾ ਧਰਮ ਮੰਡਲ ਬਣਾਇਆ ਸੀ, ਉਹਦੇ ਵਰਕਰਾਂ ਨੂੰ ਕਿਹਾ ਕਿ ਲੋਕੋ 2 ਟੰਗ ਦੀ ਰੋਟੀ ਭਾਵੇਂ ਨਾ ਖਾਓ, ਭਾਵੇਂ 2 ਦਿਨ ਦੀ ਰੋਟੀ ਨਾ ਖਾਓ। ਜੇ ਕੋਈ ਚੰਗਾ ਦਿਨ ਦੇਖਣਾ ਚਾਹੁੰਦੇ ਆ, ਜੇ ਕੋਈ ਆਜ਼ਾਦੀ ਦੇਖਣਾ ਚਾਹੁੰਦੇ ਆ, ਤਾਂ ਬ੍ਰਿਟਿਸ਼ ਗੌਰਮੈਂਟ ਨੂੰ ਸਾਰੀ ਜਾਨੀ ਟੈਲੀਗ੍ਰਾਮਾਂ ਕਰਕੇ ਦੱਸੋ ਕਿ ਸਾਡਾ ਨੁਮਾਇੰਦਾ ਜਿਹੜਾ ਡਾਕਟਰ ਅੰਬੇਡਕਰ ਹੈ, ਮਹਾਤਮਾ ਗਾਂਧੀ। ਔਰ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਆ ਕਿ ਸਿਰਫ 3 ਟੈਲੀਗ੍ਰਾਮਾਂ ਮਹਾਤਮਾ ਗਾਂਧੀ ਦੇ ਹੱਕ ਵਿੱਚ ਗਈਆਂ, ਔਰ ਸੈਕਟਰੀ ਡਾਕਟਰ ਅੰਬੇਡਕਰ ਸਾਹਿਬ ਦੇ ਹੱਕ ਵਿੱਚ ਗਈਆਂ, ਤਾਂ ਉੱਥੇ ਜਾ ਕੇ ਬਣਨ ਦਾ ਅਧਿਕਾਰ ਮਿਲਿਆ ਸੀ। ਇਹ ਬਾਬੂ ਮੰਗੂਵਾਲੀਆ ਜੀ ਨੇ। ਤੇ ਅੱਜ ਜਿਹੜਾ ਸਾਡਾ ਸੰਵਿਧਾਨ ਸਾਨੂੰ ਦਿੱਤਾ ਉਸ ਮਹਾਨ ਰਹਿਬਰ ਨੇ, ਔਰ ਮਜ਼ਦੂਰਾਂ ਦੇ ਲਈ ਕੋਈ 40 ਕਿਰਤ ਕਾਨੂੰਨ। ਅੱਜ ਮਜ਼ਦੂਰਾਂ ਦੀ ਗੱਲ ਆਪਾਂ ਕਰ ਰਹੇ ਹਾਂ। ਔਰ ਮੈਂ ਸਮਝਦਾ ਕਿ ਜਿੰਨੀ ਘਾਲਣਾ ਡਾਕਟਰ ਅੰਬੇਡਕਰ ਸਾਹਿਬ ਨੇ ਕਿਰਤੀਆਂ ਲਈ, ਕਿਸਾਨਾਂ ਲਈ, ਬੇਜ਼ਮੀਨੇ ਲੋਕਾਂ ਲਈ ਘਾਲੀ ਆ, ਜੇ ਉਹਨਾਂ ਪ੍ਰਚਾਰ ਹੋ ਜਾਂਦਾ। ਔਰ ਮੇਰਾ ਇਹ ਮੰਨਣਾ ਹੈ, ਹੋਰ ਕੋਈ ਕੀ ਮੰਨਦਾ ਮੈਨੂੰ ਨਹੀਂ ਪਤਾ, ਮੇਰਾ ਇਹ ਮੰਨਣਾ ਕਿ ਡਾਕਟਰ ਅੰਬੇਡਕਰ ਨੇ ਮਜ਼ਦੂਰਾਂ, ਕਿਸਾਨਾਂ ਦੇ ਲਈ ਕੀਤੇ ਹੋਏ, ਆਮ ਲੋਕਾਂ ਦੇ ਲਈ ਕੀਤੇ ਹੋਏ ਸੰਘਰਸ਼ ਨੂੰ, ਔਰ ਉਹਨਾਂ ਲੋਕਾਂ ਦੇ ਹੱਕ ਵਿੱਚ ਬਣਾਏ ਹੋਏ ਕਾਨੂੰਨਾਂ ਨੂੰ ਇੱਕ ਸਾਜ਼ਿਸ਼ੀ ਤਰੀਕੇ ਦੇ ਨਾਲ ਉਹਦਾ ਪ੍ਰਚਾਰ ਨਹੀਂ ਹੋਣ ਦਿੱਤਾ ਗਿਆ ਕਿ ਕਿਤੇ ਇਸ ਦੇਸ਼ ਦੇ ਅੰਦਰ ਕੋਈ ਵੱਡੀ ਜਿਹੜੀ ਆ ਕਿਰਤੀ ਲਹਿਰ ਨਾ ਬਣ ਜਾਵੇ। ਇਸ ਕਰਕੇ ਉਹ ਸੀਮਤ ਕਰ ਦਿੱਤਾ ਗਿਆ, ਅਸ਼ੁੱਧਤਾ ਤੱਕ ਸੀਮਤ ਕਰ ਦਿੱਤਾ ਗਿਆ, ਬੁੱਧਾ ਤੱਕ ਸੀਮਤ ਕਰ ਦਿੱਤਾ ਗਿਆ। ਪਰ ਡਾਕਟਰ ਅੰਬੇਡਕਰ ਗਿਆਨ ਦਾ ਉਹ ਸਮੁੰਦਰ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਦੇਖਣਾ ਪਊਗਾ, ਵਿਚਾਰ ਕਰਨਾ ਪਊਗਾ, ਔਰ ਉਹਦੀ ਵਿਚਾਰਧਾਰਾ ਦੇ ਸਾਨੂੰ ਅਮਲ ਕਰਨਾ ਪਊਗਾ। ਔਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਜਿਹੜਾ ਸੰਵਿਧਾਨ ਲਿਖਿਆ, 2 ਸਾਲ 11 ਮਹੀਨੇ 18 ਦਿਨ ਨੂੰ ਲਿਖਣ ਨੂੰ ਲੱਗੇ। ਬੜੀ ਕਠਿਨ ਤਪੱਸਿਆ ਹੋਈ, ਔਰ ਜਿਹੜੇ ਉਹਦੇ ਵਿੱਚ ਸਾਨੂੰ ਅਧਿਕਾਰ ਲਿਖ ਕੇ ਦਿੱਤੇ, ਭਾਵੇਂ ਕਿ ਉਹ ਸਾਰਾ ਸੰਵਿਧਾਨ ਆਪਣੀ ਮਨਮਰਜ਼ੀ ਨਾਲ ਨਹੀਂ ਬਣਾ ਸਕੇ, ਇਹ ਸਾਡੇ ਦੇਸ਼ ਦੀ ਬਦਕਿਸਮਤੀ ਆ, ਪਰ ਜਿੰਨਾ ਬਣਿਆ ਉਹ ਵੀ ਕੋਈ ਮਾੜੀ ਮੋਟੀ ਪ੍ਰਾਪਤੀ ਨਹੀਂ, ਬਹੁਤ ਵੱਡੀ ਪ੍ਰਾਪਤੀ ਆ। ਸਭ ਤੋਂ ਵੱਡੀ ਗੱਲ ਇਹ, ਜਦੋਂ 1932 ਦੇ ਵਿੱਚ ਖੁੱਲ੍ਹਾ ਪੈਕਟ ਹੋਇਆ 24 ਸਤੰਬਰ ਨੂੰ, ਮਹਾਤਮਾ ਗਾਂਧੀ ਜੀ ਨੇ ਸਾਡੇ ਹੱਕਾਂ ਉੱਪਰ ਤਲਵਾਰ ਰੱਖ ਦਿੱਤੀ ਕਿ ਡਾਕਟਰ ਅੰਬੇਡਕਰ ਸਾਹਿਬ, ਤੁਸੀਂ ਆਹ ਜਿਹੜੇ ਅਧਿਕਾਰ ਵੱਖਰੇ ਮੰਗਦੇ ਆ, ਆਪਣੇ ਹਲਕੇ ਵੱਖਰੇ ਮੰਗਦੇ ਆ, ਚੋਣਾਂ ਦਾ ਅਧਿਕਾਰ ਵੱਖਰਾ ਮੰਗਦੇ ਆ ਜਾਂ ਹੋਰ ਮੰਗਦੇ ਆ, ਇਹ ਸਾਰਾ ਕੁਝ ਅਸੀਂ ਤੁਹਾਨੂੰ ਨਹੀਂ ਦੇ ਸਕਦੇ। ਉਹਨਾਂ ਦੀ ਆਪਣੀ ਸੋਚ ਸੀ। ਔਰ ਉਹਨਾਂ ਨੇ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਕਿ ਜੋ ਉਹਦਾ ਹੋ ਜਾਵੇ, ਮੈਂ ਨਹੀਂ ਕਿਸੇ ਗੱਲ ਤੋਂ ਮਾਰਦਾ, ਮੈਂ ਤਾਂ ਅਧਿਕਾਰ ਲੈ ਕੇ ਦੇਣੇ। ਜਿਹੜੀ ਕਸਤੂਰਬਾ ਗਾਂਧੀ ਸੀ, ਮਹਾਤਮਾ ਗਾਂਧੀ ਜੀ ਦੀ ਪਤਨੀ, ਉਹ ਵੀ ਬਾਬਾ ਸਾਹਿਬ ਜੀ ਦਾ ਕੇ ਮਿੰਨਤਾਂ ਕਰਦੀ ਸੀ, ਗੁੱਡੀਆਂ ਤਰਾਉਂਦੀ ਸੀ, ਪੈਰ ਫੜਦੀ ਸੀ ਕਿ ਮੇਰੇ ਪਤੀ ਦੀ ਜਾਨ ਨੂੰ ਬਚਾ ਲਓ। ਮਹਾਤਮਾ ਗਾਂਧੀ ਦਾ ਲੜਕਾ ਵੀ ਬਾਬਾ ਸਾਹਿਬ ਦੀਆਂ ਮਿੰਨਤਾਂ ਕਰਦਾ ਸੀ, ਉਹ ਨਹੀਂ ਮੰਨੇ। ਉਹ ਕਹਿੰਦੇ ਵੀ ਠੀਕ
ਠੀਕ ਆ ਤੂੰ ਇੱਕ ਬੀਬੀ ਰੰਡੀ ਹੋ ਜਾ ਜਾਂ ਤੁਸੀਂ ਇੰਨੀਆਂ ਸਾਡੀਆਂ ਰੰਡੀਆਂ ਕਰਦੇ ਤਾਂ ਦੇਖਣਾ ਕੀ ਫਰਕ ਪੈਣ ਲੱਗਿਆ। ਔਰ ਉਸ ਤੋਂ ਬਾਅਦ ਕੀ ਹੁੰਦਾ, ਇਹਨਾਂ ਨੇ ਇੱਕ ਸਾਜ਼ਿਸ਼ ਕੀਤੀ ਉੱਚ ਜਾਤੀ ਲੋਕਾਂ ਨੇ, ਜਿਹੜੇ ਉਸ ਵੇਲੇ ਦੇ ਸੋਹਣੀ ਸੋਚ ਵਾਲੇ ਲੋਕ ਹੋਣਗੇ, ਉਹਨਾਂ ਨੇ ਡਾਕਟਰ ਅੰਬੇਡਕਰ ਸਾਹਿਬ ਨੂੰ ਧਮਕੀਆਂ ਦਿੱਤੀਆਂ ਔਰ ਉਹਨਾਂ ਨੇ ਖੂਨ ਦੇ ਨਾਲ ਚਿੱਠੀਆਂ ਲਿਖ ਕੇ ਪਾਈਆਂ ਕਿ ਭਾਵੇਂ ਤੂੰ ਸਾਡੀ ਗੱਲ ਨਾ ਮੰਨ, ਜੇ ਮਹਾਤਮਾ ਗਾਂਧੀ ਨੂੰ ਕੁਛ ਹੋ ਗਿਆ ਤਾਂ ਅਸੀਂ ਜਿਹੜੇ ਤੇਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਵਾਸਤੇ ਤੁਹਾਡੇ ਸਮਾਜ ਦੇ ਲੋਕ ਅਸੀਂ ਉਹਨਾਂ ਦੀ ਕਤਲੋ ਕਰ ਦੇਵਾਂਗੇ। ਜੇ ਡਾਕਟਰ ਅੰਬੇਡਕਰ ਸਾਹਿਬ ਉਸ ਵੇਲੇ ਦੂਰ ਦਰਾਡੇ ਤੋਂ ਕੰਮ ਨਾ ਲੈਂਦੇ ਤਾਂ ਬੜਾ ਵੱਡਾ ਕਤਲੇਆਮ ਹੋਣਾ ਸੀ। ਔਰ ਡਾਕਟਰ ਅੰਬੇਡਕਰ ਸਾਹਿਬ ਨੇ ਸੋਚਿਆ ਵੀ ਕੋਈ ਗੱਲ ਨਹੀਂ ਹੈ, ਅੱਜ ਨਹੀਂ ਤਾਂ ਕੱਲ੍ਹ ਵੀ ਹੋਰ ਨਵੀਂ ਗੱਲ ਕਰ ਲਾਂਗੇ। ਇਸ ਕਰਕੇ ਉਹਨਾਂ ਨੇ ਪੂਨਾ ਪੈਕਟ ਵਿੱਚ ਭਾਵੇਂ ਕਿ ਸਾਨੂੰ ਸਮੁੱਚੇ ਅਧਿਕਾਰ ਨੂੰ ਨਹੀਂ ਲੈ ਕੇ ਦੇ ਸਕੇ, ਪਰ ਜਿਹੜੇ ਮਿਲੇ ਉਹ ਇੱਕ ਮੀਲ ਪੱਥਰ ਸਾਬਤ ਹੋਇਆ। ਔਰ ਜਿਹੜੇ ਅੱਜ ਤੁਸੀਂ ਸਾਰੇ ਬੈਠੇ ਔਰ ਮੈਂ ਬੋਲ ਰਿਹਾ, ਸਾਰਾ ਕੁਝ ਉਹਨਾਂ ਦੀ ਦੇਣ ਹੈ। ਔਰ ਜਿਹੜਾ ਪੂਨਾ ਪੈਕਟ ਜਿਹੜਾ ਹੋਇਆ ਉਹਦੇ ਮੁਤਾਬਕ ਜਿਹੜੀਆਂ ਗੱਲਾਂ ਸਾਨੂੰ ਮਿਲ ਗਈਆਂ, ਹੱਕ ਮਿਲ ਗਏ, ਔਰ ਉਹ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੈ। ਇਹਦੇ ਲਈ ਸਾਨੂੰ ਸੁਚੇਤ ਰਹਿਣਾ ਪੈਣਾ। ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਹੋਣ, ਸੰਵਿਧਾਨ ਦੇ ਵਿੱਚ ਉਹ ਆਪਣੇ ਮੁਤਾਬਕ ਜਿਹੜੀ ਸੰਸ਼ੋਧਨ ਕਰਦੇ ਹੋਣ, ਇਹ ਸਾਰੀਆਂ ਗੱਲਾਂ ਪਰ ਸਾਨੂੰ ਸੁਚੇਤ ਹੋ ਕੇ ਦੇਖਣ ਦੀ ਲੋੜ ਆ। ਤੇ ਡਾਕਟਰ ਅੰਬੇਡਕਰ ਸਾਹਿਬ ਜਿਨ੍ਹਾਂ ਨੂੰ ਜਨਮ ਤੋਂ ਲੈ ਕੇ ਜਦੋਂ ਡਾਕਟਰ ਅੰਬੇਡਕਰ ਸਾਹਿਬ ਉਹਨਾਂ ਦਾ ਪਰਿਨਿਰਵਾਣ ਹੋਇਆ, ਜਿਹਨੂੰ ਆਪਾਂ ਅਕਾਲ ਚਲਾਣਾ ਕਹਿੰਦੇ ਹਾਂ, ਸਦੀਵੀ ਵਿਛੋੜਾ ਕਹਿੰਦੇ ਹਾਂ, 6 ਦਸੰਬਰ 1956 ਨੂੰ, ਉਸ ਵੇਲੇ ਇਹ ਗੱਲ ਕਹੀ ਜਾਣ ਲੱਗ ਪਈ ਸੀ ਨੇਤਾਵਾਂ ਵੱਲੋਂ ਕਿ ਦਲਿਤਾਂ ਦੀ ਜਾਗਰਤੀ ਦਾ ਦੀਵਾ ਹਮੇਸ਼ਾ ਲਈ ਬੁਝ ਗਿਆ, ਪਰ ਜਿਹੜੀ ਉਹ ਸਾਨੂੰ ਸਿੱਖਿਆ ਦੇ ਕੇ ਚਲੇ ਗਏ ਆ। ਔਰ ਸਾਨੂੰ ਇਸ ਤਹੀਆ ਕਰ ਲੈਣਾ ਚਾਹੀਦਾ ਕਿ ਸਾਨੂੰ ਘਰ ਘਰ ਪਹੁੰਚਾਉਣੀ ਚਾਹੀਦੀ ਆ। ਤੁਹਾਡੇ ਪਿੰਡ ਜਾ ਕੇ ਬੜੀ ਸਾਨੂੰ ਖੁਸ਼ੀ ਹੋਈ ਆ ਕਿ ਇੱਥੇ ਸਾਨੂੰ ਵਧੀਆ ਬੁਲਾਰੇ ਵੀ ਇੱਥੋਂ ਮਿਲ ਰਹੇ ਆ ਔਰ ਸਮਾਜ ਸੇਵਕ ਵੀ ਇੱਥੇ ਵਧੀਆ ਮਿਲ ਰਹੇ ਆ, ਪਰ ਬਹੁਤਿਆਂ ਪਿੰਡਾਂ ਵਿੱਚ ਅਜਿਹਾ ਨਹੀਂ ਹੈ। ਜੇ ਕਿਤੇ ਡਾਕਟਰ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਉਂਦੇ ਆ ਤਾਂ ਬਸ ਉਹ ਕਰਕੇ ਪ੍ਰੋਗਰਾਮ ਜਿਹਾ ਛੋਟੇ ਮੋਟੇ ਆਪਣੀ ਡਿਗਰੀ ਚਮਕਾ ਕੇ ਅਸੀਂ ਘਰਾਂ ਨੂੰ ਚਲੇ ਜਾਂਦੇ ਆ। ਔਰ ਇੱਥੇ ਥੋੜਾ ਵਿਲੱਖਣ ਕਿਸਮ ਦਾ ਇਸ ਕਰਕੇ ਆ ਕਿ ਇੱਥੇ ਮਜ਼ਦੂਰਾਂ ਦੀ ਗੱਲ ਅੱਜ ਹੋ ਰਹੀ ਹੈ। ਔਰ ਕਿਰਤ 40 ਦੇ ਕਿਰਤ ਗੁਰੂ ਡਾਕਟਰ ਅੰਬੇਡਕਰ ਸਾਹਿਬ ਨੇ ਮਜ਼ਦੂਰਾਂ ਲਈ ਬਣਾਏ। ਔਰ ਜਿਹੜੀਆਂ ਅੱਜ ਔਰਤਾਂ ਜਾਂ ਅਸੀਂ ਮਜ਼ਦੂਰ ਜਿਹੜੇ 8 ਘੰਟੇ ਡਿਊਟੀ ਜਿਹੜੀਆਂ ਕਰ ਰਹੇ ਆ, ਇਹ ਉਸ ਵੇਲੇ 14 ਘੰਟੇ ਹੁੰਦੀ ਸੀ। ਔਰ ਉਹਨਾਂ ਦੀ ਜਿਹੜੀ ਸੀ ਨਿਰਧਾਰਤ ਕੀਤੀ ਗਈ ਮਜ਼ਦੂਰੀ, ਔਰ ਉਹਨਾਂ ਦੇ ਅੰਕੜੇ ਇਕੱਠੇ ਕਰਨ ਦੇ ਲਈ ਜਿਹੜੀ ਲੇਬਰ ਬਿਊਰੋ ਬਣਾਇਆ ਗਿਆ, ਔਰ ਹੋਰ ਬਹੁਤ ਸਾਰਾ ਜਿਹੜਾ ਸੀ ਕਾਰਜ। ਇੱਕ ਬਿਹਾਰ ਦਾ ਵਾਇਸਰਾਏ ਜਿਹੜਾ ਸੀ ਉਸ ਵੇਲੇ ਅੰਗਰੇਜ਼ਾਂ ਦਾ ਮੁਖੀ ਸੀ, ਉਹਨਾਂ ਨੇ ਡਾਕਟਰ ਅੰਬੇਡਕਰ ਸਾਹਿਬ ਨੂੰ ਜਦ ਦੇਖਿਆ ਵੀ ਇਹਨਾਂ ਦਾ ਮਜ਼ਦੂਰਾਂ ਵੱਲ ਬੜਾ ਝੁਕਾਇਆ ਤਾਂ ਉਹਨਾਂ ਨੂੰ ਲੇਬਰ ਕੌਂਸਲ ਦੇ ਮੈਂਬਰ ਬਣਾ ਦਿੱਤਾ ਗਿਆ। ਲੇਬਰ ਕੌਂਸਲ ਦਾ ਮੈਂਬਰ ਦਾ ਭਾਵ ਇਹ ਸੀਗੇ ਪੂਰੇ ਦੇਸ਼ ਦਾ ਲੇਬਰ ਮੰਤਰੀ ਉਹਨਾਂ ਦੇ ਉਸ ਵੇਲੇ ਦੇ ਹਿਸਾਬ ਦੇ ਨਾਲ। ਤਾਂ ਡਾਕਟਰ ਅੰਬੇਡਕਰ ਸਾਹਿਬ ਨੇ ਮਜ਼ਦੂਰਾਂ ਲਈ ਬਹੁਤ ਵੱਡੇ ਉਪਰਾਲੇ ਕੀਤੇ। ਔਰ ਕੋਈ ਇਤਿਹਾਸ ਦੇ ਵਿੱਚ ਇੱਕ ਮਿਸਾਲ ਹੋਰ ਮੈਂ ਦੇਣੀ ਚਾਹੁੰਦਾ ਕਿ ਧੰਨਵਾਦ ਜਿਹੜਾ ਬਿਹਾਰ ਦਾ ਇਲਾਕਾ ਹੈ, ਧੰਨਵਾਦ, ਉੱਥੇ ਕੋਲੇ ਦੀਆਂ ਬੜੀਆਂ ਡੂੰਘੀਆਂ ਖਾਨਾਂ ਆ। ਉਸ ਵੇਲੇ 1944 ਦੇ ਵਿੱਚ ਡਾਕਟਰ ਅੰਬੇਡਕਰ ਸਾਹਿਬ ਉਹ ਕੋਲੇ ਦੀਆਂ ਖਾਨਾਂ ਦੇ ਵਿੱਚ ਗਏ। ਉਹਨਾਂ ਨੇ ਮਜ਼ਦੂਰਾਂ ਨੂੰ ਦੇਖਣਾ ਸੀ, ਉਹਨਾਂ ਦੇ ਹਾਲਾਤਾਂ ਨੂੰ ਦੇਖਣਾ ਸੀ। ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸੁਰੱਖਿਆ ਟੋਪ ਪਹਿਨ ਕੇ ਖਾਣ ਦੇ ਅੰਦਰ ਜਾਓ। ਵੈਸੇ ਤੁਹਾਨੂੰ ਅੰਦਰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਤੁਹਾਨੂੰ ਦੱਸ ਦਿੰਦੇ ਕੀ ਗੱਲ ਹੈ। ਡਾਕਟਰ ਅੰਬੇਡਕਰ ਸਾਹਿਬ ਕਹਿੰਦੇ ਜਿਆਦਾ ਸਾਰੇ ਮਜ਼ਦੂਰਾਂ ਨੂੰ ਟੋਪ ਪਹਿਨਾਓ। ਖੈਰ ਉਸ ਤੋਂ ਬਾਅਦ ਉਹਨਾਂ ਨੇ ਟੋਪ ਪਹਿਨਿਆ ਤੇ ਅੰਦਰ ਗਏ ਜ਼ਮੀਨ ਦੇ ਵਿੱਚ ਥੋੜਾ, ਔਰ ਅੰਦਰ ਉਹਨਾਂ ਦੀ ਇੱਦਾਂ ਦੀ ਰੁਚੀ ਬਣੀ, ਉਹਨਾਂ ਦਾ ਇੱਦਾਂ ਦੀਆਂ ਭਾਵਨਾਵਾਂ ਸੀ ਡਾਕਟਰ ਅੰਬੇਡਕਰ ਸਾਹਿਬ ਦੀਆਂ ਗਰੀਬ ਦੱਬੇ ਕੁਚਲੇ ਲੋਕਾਂ ਲਈ, ਮਜ਼ਦੂਰਾਂ ਕਿਸਾਨਾਂ ਲਈ, ਕਿ ਇਹਨਾਂ ਨੇ ਕਿਰਤੀਆਂ ਦੇ ਹਾਲਾਤ ਨੂੰ ਜਾਣਨ ਲਈ, ਕਿਉਂਕਿ ਖਾਨਾਂ ਦੇ ਅੰਦਰ ਗੈਸ ਚੜ ਜਾਣੀ, ਟਿੱਗਾ ਡਿੱਗਣਾ ਨਹੀਂ, ਅੰਦਰ ਦੇ ਅੰਦਰ ਮਜ਼ਦੂਰ ਰਹਿ ਜਾਂਦੇ ਸੀ, ਕੋਈ ਉਹਨਾਂ ਦਾ ਬਾਲੀ ਵਰਤ ਨਹੀਂ ਬਣਦਾ ਸੀ। ਉਹ 400 ਫੁੱਟ ਜ਼ਮੀਨ ਦੇ ਹੇਠਾਂ ਗਏ ਡਾਕਟਰ ਅੰਬੇਡਕਰ ਸਾਹਿਬ, ਔਰ ਉਹਨਾਂ ਨੇ ਮਜ਼ਦੂਰਾਂ ਨੂੰ ਕੰਮ ਕਰਦੇ ਅੱਖੀਂ ਦੇਖਿਆ ਜ਼ਮੀਨ ਦੇ ਵਿੱਚ 400 ਫੁੱਟ ਹੇਠਾਂ ਕਿੱਥੇ ਗਏ ਹੋਣਗੇ ਹਿਸਾਬ ਨਾਲ ਲਾ ਕੇ ਦੇਖਿਆ। ਕੁਛ ਵੀ ਹੋ ਸਕਦਾ ਸੀ। ਅੱਜ ਸਾਡੇ ਵਰਗਾ ਕੋਈ ਮਾੜਾ ਮੋਟਾ ਮੈਂਬਰ ਬਣ ਜਾਂਦਾ ਨਾ, ਉਹ ਕਹਿੰਦਾ ਮੈਂ ਇੱਥੇ ਖੜ੍ਹਦਾ ਤਾਂ ਤੁਸੀਂ ਕਹਾਂ ਜਾ। ਇਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਉਹ ਬੜੀ ਵੱਡੀ ਦੇਣ ਆ। ਆਪਾਂ ਬੇਜ਼ਮੀਨੇ ਕਿਸਾਨਾਂ ਦੀ ਗੱਲ ਕਰਦੇ ਆ। ਮਹਾਰਾਸ਼ਟਰ ਦਾ ਇੱਕ ਇਲਾਕਾ ਹੈ ਕੋਕਣ, ਮਾਸਟਰ ਜੀ ਵੀ ਜਾਣਦੇ ਹੋਣਗੇ, ਚੇਅਰਮੈਨ ਸਾਹਿਬ ਉਹਨਾਂ ਨੇ ਤਾਂ ਪੜ੍ਹਿਆ ਹੋਊਗਾ, ਹੋ ਸਕਦਾ ਕਿਸੇ ਨਾ ਪੜ੍ਹਿਆ ਹੋਵੇ, ਇਸ ਕਰਕੇ ਉਹਦੇ ਲਈ ਵੀ ਕਮੈਂਟ ਵਿੱਚ ਮੈਂ ਗੱਲ ਕਰ ਲੈਣੀ ਆ। ਉਹ ਉੱਥੇ ਇੱਕ ਖੋਤੀ ਪ੍ਰਥਾ ਚੱਲਦੀ ਹੁੰਦੀ ਸੀ। ਉਹ ਜਿਹੜੀ ਪ੍ਰਥਾ ਚੱਲਦੀ ਸੀ, ਉਹਨੇ ਵੱਡੇ ਜ਼ਿਮੀਂਦਾਰ ਸੀ ਛੋਟੇ ਜ਼ਿਮੀਂਦਾਰਾਂ ਨੂੰ ਜਦੋਂ ਮਰਜ਼ੀ ਬਦਖਲ ਕਰ ਦਿੰਦੇ ਸੀ ਆਪਣੀ ਜ਼ਮੀਨ ਤੋਂ। ਔਰ ਜਦੋਂ ਉਹਨਾਂ ਕੋਲ ਮਾਲੀਆ ਜਿਹੜਾ ਸੀ ਉਹਨਾਂ ਦਾ ਜੋ ਕਿਰਾਇਆ ਬਣਦਾ ਸੀ ਜ਼ਮੀਨ ਦਾ ਜਾਂ ਠੇਕਾ ਬਣਦਾ ਸੀ, ਜੋ ਬਣਦੀ ਸੀ, ਉਹ ਜ਼ਿਮੀਂਦਾਰ ਜਦੋਂ ਜਿਹੜਾ ਕਿਸਾਨ ਸੀ ਬੇਜ਼ਮੀਨ ਹੈ, ਜਦੋਂ ਨਹੀਂ ਟਾਈਮ ਨਾਲ ਦੇ ਪਾਉਂਦਾ ਸੀ ਤਾਂ ਧੀਆਂ ਭੈਣਾਂ ਦੀ ਵੀ ਉਹ ਬੇਇੱਜ਼ਤੀ ਲੋਕ ਕਰਦੇ ਸੀ। ਡਾਕਟਰ ਅੰਬੇਡਕਰ ਸਾਹਿਬ ਨੇ ਉਹਦੇ ਖਿਲਾਫ ਮੋਰਚੇ ਲਾਏ ਔਰ ਉਹਦੇ ਖਿਲਾਫ ਅਸੈਂਬਲੀਆਂ ਦੇ ਵਿੱਚ ਬਿੱਲ ਪੇਸ਼ ਕੀਤੇ ਔਰ ਸਰਕਾਰ ਜਿਹੜੀ ਸੀ ਉਹ ਘਟਾਉਣੀ, ਜਿਹੜੀ ਸੀ ਇਹਨਾਂ ਦੀ ਗੈਰ ਮਾਨਵੀ ਜਿਹੜੀ ਪ੍ਰਥਾ ਸੀ ਉਹ ਖਤਮ ਕੀਤੀ। ਤੇ ਇਸ ਕਰਕੇ ਕਿਉਂਕਿ ਡਾਕਟਰ ਅੰਬੇਡਕਰ ਸਾਹਿਬ ਸਮੁੱਚੇ ਕਿਸੇ ਇੱਕ ਵਿਸ਼ੇਸ਼ ਜਾਤ ਜਾਂ ਵਰਗ ਦੇ ਨਹੀਂ, ਉਹ ਸਮੁੱਚੇ ਦੇਸ਼ ਦੇ ਲੋਕਾਂ ਦੇ ਸੀਗੇ। ਕਿਉਂਕਿ ਜਦੋਂ ਸੰਵਿਧਾਨ ਲਿਖਿਆ ਗਿਆ, ਜਿਹੜੀ ਸੰਵਿਧਾਨ ਦੀ ਪਹਿਲੀ ਲਾਈਨ ਆ
ਮੇਰੀਆਂ ਭੈਣਾਂ ਬੈਠੀਆਂ, ਜਿਹੜੀ ਸੰਵਿਧਾਨ ਦੀ ਪਹਿਲੀ ਲਾਈਨ ਆ ਉਹ ਕਿੱਥੋਂ ਸ਼ੁਰੂ ਹੁੰਦੀ ਹੈ? ਉੱਥੇ ਕਿਸੇ ਜਾਤ ਦਾ ਨਾਂ ਨਹੀਂ, ਕਿਸੇ ਧਰਮ ਦਾ ਨਾਂ ਨਹੀਂ ਹੈ। ਉਹਦੇ ਵਿੱਚ ਲਿਖਿਆ ਅਸੀਂ ਸਾਰੇ ਭਾਰਤ ਦੇ ਲੋਕ, ਪਹਿਲੀ ਲਾਈਨ ਤੋਂ ਸ਼ੁਰੂ ਹੁੰਦੀ ਹੈ। ਔਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਸੰਵਿਧਾਨ ਦੀਆਂ ਕਾਪੀਆਂ ਕਿਤਾਬਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖੀਏ ਔਰ ਉਹਨਾਂ ਸਾਰਿਆਂ ਨੂੰ ਪੜ੍ਹੀਏ, ਆਪਣੇ ਅਧਿਕਾਰਾਂ ਨੂੰ ਪੜ੍ਹੀਏ। ਔਰ ਡਾਕਟਰ ਅੰਬੇਡਕਰ ਦਾ ਜਿੰਨਾ ਫਲਸਫਾ, ਬਹੁਤ ਵੱਡਾ ਫਲਸਫਾ, ਬਹੁਤ ਵੱਡੀ ਜਿਹੜੀ ਉਹਨਾਂ ਦੀ ਵਿਚਾਰਧਾਰਾ ਨੇ ਸਾਨੂੰ ਦੇਣ ਆ, ਔਰ ਸਾਨੂੰ ਉਹਦੇ ਉੱਤੇ ਅਮਲ ਕਰਨਾ ਚਾਹੀਦਾ, ਉਹਨੂੰ ਪੜ੍ਹਨਾ ਚਾਹੀਦਾ। ਕਿਉਂਕਿ ਡਾਕਟਰ ਅੰਬੇਡਕਰ ਸਾਹਿਬ ਨੂੰ ਜਿੰਨਾ ਸਮਝਿਆ ਗਿਆ ਉਹ ਉਹਦੀ ਸੰਪੂਰਨ ਸ਼ਖਸੀਅਤ ਦਾ 10ਵਾਂ ਹਿੱਸਾ ਵੀ ਹੈ ਨਹੀਂ। ਔਰ ਜੇ ਉਹਨਾਂ ਦੀ ਗੱਲ ਕਰਨੀ ਹੋਵੇ ਮੇਰਾ ਖਿਆਲ ਦੇ ਨਾਲ ਬਹੁਤ 10-12 ਘੰਟੇ ਲੱਗਣਗੇ ਜੇ ਫਿਰ ਵੀ ਸੰਖੇਪ ਵਿੱਚ ਗੱਲ ਕਰਨੀ ਹੋਵੇ। ਤੇ ਇਸ ਕਰਕੇ ਕਿਉਂਕਿ ਬੜਾ ਵੱਡਾ ਇਤਿਹਾਸ ਛਪਿਆ ਉਹਨਾਂ ਦਾ, ਬਹੁਤ ਵੱਡੇ। ਹੁਣ ਤਾਂ ਮੈਂ ਬੇਨਤੀ ਕਰਦਾ ਕਿ YouTube ਤੇ ਬੜਾ ਕੁਛ ਆ ਰਿਹਾ ਡਾਕਟਰ ਅੰਬੇਡਕਰ ਸਾਹਿਬ ਦੇ ਬਾਰੇ ਵਿੱਚ। ਔਰ ਇਹ ਨਹੀਂ ਹੈ ਕਿ ਸਾਰਾ ਕੁਝ ਸੱਚ ਹੋਵੇ, ਉਹਨੂੰ ਆਪਾਂ ਆਪਣੇ ਦ੍ਰਿਸ਼ਟੀਕੋਣ ਤੋਂ ਦੇਖਣਾ, ਮਾਨਵੀ ਅਧਿਕਾਰਾਂ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ, ਆਪਣੇ ਹੱਕਾਂ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ। ਤੇ ਜਿਹੜਾ ਸੰਵਿਧਾਨ ਲਿਖਿਆ ਗਿਆ, ਸੰਵਿਧਾਨ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਆਰਟੀਕਲ ਸੀਗੇ, ਆਪਾਂ ਗਿਣਤੀਆਂ ਦੀ ਹੁਣ ਗੱਲ ਕਰਨੀ ਹੈ, ਜ਼ਿਆਦਾ ਸਮਾਂ ਨਹੀਂ ਲੈਣਾ। ਤੇ ਮੇਰੇ ਸਾਥੀ ਸਾਰੇ ਮੇਰੇ ਭੈਣਾਂ ਭਰਾ ਧਿਆਨ ਦੇਣ, ਆਪਾਂ ਹੁਣ ਮੌਜੂਦਾ ਦੀ ਗੱਲ ਕਰੀਏ ਜਿਹੜੇ ਇਹਦੇ ਲਈ ਵਿਸ਼ੇਸ਼ ਤੌਰ ਤੇ ਅਸੀਂ ਇੱਥੇ